अगर सौरभ जी मैं गल करा 100 मरीजों की 100 ਵਿੱਚੋਂ 90 ਬੰਦਿਆਂ ਨੂੰ नहीं पता ਹੁੰਦਾ कि मेरा बीपी ਵਧਿਆ ਹੋਇਆ। अच्छा जी। डैट इज़ वाई इस बीमारी ਨੂੰ साइलेंट किलर बोलिया जाता है। अगर कोई भी बंदा ਜਿਹਨੂੰ बीपी ਦੀ ਬਿਮਾਰੀ ਹੈਗੀ ਹੈ ਜਿਹਦਾ ਬਲੱਡ ਪ੍ਰੈਸ਼ਰ ਵੱਧਦਾ ਹੋਇਆ ਤਾਂ ਮੈਂ ਅੱਜ ਉਹਦੀ ਉਮਰ 12 ਸਾਲ ਵਧਾਉਣ ਲੱਗਿਆ। ਤੁਸੀਂ ਵਧੀਆ ਸਹੀ ਸੁਣਿਆ ਕਿ ਜਿਸ ਬੰਦੇ ਨੂੰ ਵੀ बीपी ਦੀ ਬਿਮਾਰੀ ਹੈ ਉਹਦੀ 12 ਸਾਲ ਉਮਰ ਵੱਧ ਸਕਦੀ ਹੈ ਕਿਉਂਕਿ ਇੱਕ ਸ਼ੋਧ ਹੋਇਆ ਇੱਕ ਰਿਸਰਚ ਹੋਈ ਹੈ ਜਿਹਦੇ 'ਚ ਇਹ ਦੱਸਿਆ ਗਿਆ ਕਿ ਅਗਰ ਕਿਸੇ ਨੂੰ बीपी ਹੈ ਜਿਹਦਾ ਬਲੱਡ ਪ੍ਰੈਸ਼ਰ ਵੱਧਦਾ ਤਾਂ ਉਹਦੀ ਐਵਰੇਜ ਉਮਰ 12 ਸਾਲ ਘਟ ਜਾਂਦੀ ਹੈ। ਜਿਹੜੇ ਐਲੋਪੈਥਿਕ ਡਾਕਟਰਸ ਨੇ ਐਲੋਪੈਥੀ ਨੇ बीपी ਮਰੀਜ਼ਾਂ ਦੀ ਜੇਬ ਦੇ ਅੰਦਰ ਇੱਕ ਪੱਤਾ ਹਮੇਸ਼ਾ ਵਾਸਤੇ ਫਿੱਟ ਕਰ ਦਿੱਤਾ ਹੈ ਕਿ ਸਾਰੀ ਜ਼ਿੰਦਗੀ ਖਾਣੀ ਪਏਗੀ ਉਹ ਪੱਤਾ ਵੀ ਛੁੱਟ ਸਕਦਾ ਹੈ। अच्छा जी। ਤੁਹਾਡਾ ਪੱਤਾ ਵੀ ਛੁੱਟ ਜਾਏਗਾ ਔਰ ਤੁਹਾਡੀ 12 ਸਾਲ ਉਮਰ ਵੱਧ ਜਾਏਗੀ। ਮੇਰੇ ਤੋਂ ਲਿਖਵਾ ਕੇ ਲੈ ਲਓ। ਉਹਦਾ ਕਾਰਨ ਹੈ ਕਿ ਤੁਹਾਡਾ बीपी ਹਮੇਸ਼ਾ ਵਾਸਤੇ ਠੀਕ ਹੋ ਜਾਏਗਾ। ਆਯੁਰਵੇਦ ਚ ਘਰ ਬੈਠੇ ਲੋਕ ਕੀ ਚੀਜ਼ ਲੈਣ ਜਿਹਦੇ ਨਾਲ ਉਹਨਾਂ ਦੀ बीपी ਦੀ ਗੋਲੀ ਵਾਲਾ ਪੱਤਾ ਜੇਬ ਚੋਂ ਨਿਕਲ ਜਾਏ ਤੇ ਉਹਨਾਂ ਦੀ ਉਮਰ ਵੀ ਵੱਧ ਜਾਏ? ਦੇਖੋ ਮੈਂ ਤੁਹਾਨੂੰ ਇੱਕ ਨਾ ਕਵਾਥ ਦੱਸਣ ਲੱਗਿਆ। ਕਵਾਥ ਮਤਲਬ ਇੱਕ ਕਾੜਾ ਬਣਾਉਣਾ ਤੁਸੀਂ ਸਾਰਿਆਂ ਨੇ। ਇਹ ਤਾਂ ਲੈਣਾ ਹੀ ਹੈ। ਸਰਦੀਆਂ ਦੇ ਵਿੱਚ ਤਾਂ ਲੈਣਾ ਹੀ ਲੈਣਾ, ਗਰਮੀਆਂ ਦੇ ਵਿੱਚ ਵੀ ਲੈਣਾ। ਗਰਮੀਆਂ ਦੇ ਵਿੱਚ ਇੱਕ ਵਾਰੀ ਲੈਣਾ ਔਰ ਸਰਦੀਆਂ 'ਚ ਤੁਸੀਂ 2 ਵਾਰੀ ਲੈਣਾ। ਚਾਹ ਪੀਣੀ ਛੱਡ ਦਿਓ ਯਾਰ, ਸੀਰੀਅਸਲੀ। ਦੁੱਧ ਵਾਲੀ ਜਿਹੜੀ ਚਾਹ ਪੀਂਦੇ ਆ ਨਾ ਉਹਨੂੰ ਛੱਡ ਦਿਓ ਔਰ ਆਹ ਵਾਲੀ ਜਿਹੜੀ ਮੈਂ ਦਵਾਈ ਦੱਸ ਰਿਹਾ ਇਹਨੂੰ ਚਾਹ ਦੇ ਰੂਪ 'ਚ ਲੈਣੀ ਸ਼ੁਰੂ ਕਰ ਦਿਓ। ਇਹਦੇ 'ਚ ਤੁਸੀਂ ਕੀ ਲੈਣਾ ਨੋਟ ਕਰ ਲਓ ਤੁਸੀਂ ਸਾਰੇ। ਇਹਦੇ 'ਚ ਤੁਸੀਂ 100 ਗ੍ਰਾਮ ਲੈਣਾ ਹੋਇਆ ਪੰਚਤ੍ਰਿਨਮੂਲ। ਅਸੀਂ ਅੱਗੇ ਵੀ ਦੱਸਿਆ 100 ਗ੍ਰਾਮ ਪੰਚਤ੍ਰਿਨਮੂਲ ਲੈਣਾ। 20 ਗ੍ਰਾਮ ਤੁਸੀਂ ਲੈਣੀ ਹੈ ਦਾਲਚੀਨੀ। ਇਸ ਤੋਂ ਇਲਾਵਾ ਤੁਸੀਂ ਲੈਣਾ ਹੈਗਾ ਆਂਵਲੇ ਦਾ ਪਾਊਡਰ, ਉਹ ਵੀ 20 ਗ੍ਰਾਮ ਲੈਣਾ। ਨਾਲ ਤੁਸੀਂ ਲੈਣਾ ਹੈਗਾ ਪੁਨਰਨਵਾ ਦਾ ਪਾਊਡਰ 20 ਗ੍ਰਾਮ। 20 ਗ੍ਰਾਮ ਤੁਸੀਂ ਲੈਣਾ ਵੈ ਇਹਦੇ ਵਿੱਚ ਸਰਪਗੰਧਾ ਦਾ ਪਾਊਡਰ ਔਰ 20 ਗ੍ਰਾਮ ਤੁਸੀਂ ਲੈਣੀ ਹੈ ਸੌਂਠ। ਸੌਂਠ ਮਤਲਬ ਅਦਰਕ ਦਾ ਪਾਊਡਰ ਜੀ। 5 ਚੀਜ਼ਾਂ ਜਿਹੜੀਆਂ ਮੈਂ ਹੋਰ ਦੱਸੀਆਂ ਇਹ 20 ਗ੍ਰਾਮ ਲੈਣੀ ਹੈ। 100 ਗ੍ਰਾਮ ਤੁਸੀਂ ਲੈਣਾ ਪੰਚਤ੍ਰਿਨਮੂਲ। ਇਹਨਾਂ ਸਾਰਿਆਂ ਦਾ ਤੁਸੀਂ ਕਾੜਾ ਬਣਾ ਲਓ। ਕਾੜਾ ਬਣਾ ਕੇ ਰੱਖ ਲਓ। ਉਹਦੇ ਵਿੱਚੋਂ 2 ਚਮਚ ਸਵੇਰੇ 2 ਚਮਚ ਸ਼ਾਮ ਨੂੰ ਇਸ ਕਾੜੇ ਦੀ ਫਾਰਮ ਦੇ ਵਿੱਚ ਇਸ ਤਰ੍ਹਾਂ ਬਣ ਜਾਏਗਾ ਇਹ। ਇਹਦੇ ਤੁਸੀਂ ਜਿਵੇਂ ਆਪਾਂ ਚਾਹ ਪੀਂਦੇ ਆ ਇਹ ਚਾਹ ਦੀ ਤਰ੍ਹਾਂ ਤੁਸੀਂ 2 ਚਮਚ ਪਾਣੇ ਆ। ਇੱਕ ਗਲਾਸ ਪਾਣੀ ਵਿੱਚ ਉਬਾਲ ਲਓ। ਜਦੋਂ ਅੱਧਾ ਰਹਿ ਗਿਆ ਉਹਨੂੰ ਛਾਣ ਕੇ ਪੀ ਲਓ। ਅਗਰ ਕਿਸੇ ਨੂੰ ਸ਼ੂਗਰ ਹੈਗੀ ਹੈ ਤਾਂ ਉਹ ਸਿੱਧਾ ਪੀ ਲੇ। ਅਗਰ ਕਿਸੇ ਨੂੰ ਸ਼ੂਗਰ ਨਹੀਂ ਹੈਗੀ ਤਾਂ ਉਹ ਇਹਦੇ ਵਿੱਚ ਸ਼ਹਿਦ ਵੀ ਪਾ ਸਕਦਾ ਹੈ, ਚੀਨੀ ਪਾਣਾ ਚਾਹੋ ਚੀਨੀ ਵੀ ਪਾ ਸਕਦਾ ਹੈ। ਇਹ ਤੁਹਾਡੀ ਹਰਬਲ ਡਰਿੰਕ ਬਣ ਜਾਏਗੀ ਔਰ ਇਹ 100% ਤੁਹਾਡਾ BP ਕੰਟਰੋਲ ਕਰੇਗੀ। ਇਹਦੇ ਵਿੱਚ ਦਾਲਚੀਨੀ ਹੈ ਤੇ ਸੌਂਠ ਹੈ। ਅਗਰ ਕਿਸੇ ਦੇ ਹਾਰਟ ਦੇ ਵਿੱਚ ਬਲੋਕੇਜ ਹੈ ਉਹਨੂੰ ਦੱਸਿਆ ਗਿਆ ਕਿ ਤੈਨੂੰ 80% 90% ਬਲੋਕੇਜ ਹੋ ਚੁੱਕੀ ਹੈ, ਤੁਹਾਡਾ BP ਵੱਧਦਾ ਉਹਦੇ ਕਾਰਨ ਹੈ ਤਾਂ ਉਹ ਬਲੋਕੇਜ ਦੂਰ ਹੋ ਜਾਏਗੀ। ਅਗਰ ਕਿਸੇ ਦੀ ਰੀਨਲ ਆਰਟਰੀ ਸਟੀਨੋਸਿਸ ਹੈ ਮਤਲਬ ਗੁਰਦੇ ਦੀ ਜਿਹੜੀ ਆਰਟਰੀ ਹੈ ਉਹਦੇ ਅੰਦਰ ਬਲੋਕੇਜ ਹੈ ਉਹ ਵੀ ਖੁੱਲ ਜਾਏਗੀ। ਕੀ ਬਾਤ। ਗੁਰਦਿਆਂ ਦੇ ਵਿੱਚ ਅਗਰ ਜਿਵੇਂ ਮੈਂ ਕਿਡਨੀ ਦੇ ਮਰੀਜ਼ ਦੇਖਦਾ ਅਗਰ ਤੁਹਾਡਾ BP ਵੱਧਦਾ ਹੋਇਆ ਤਾਂ ਤੁਸੀਂ ਅਗਰ ਇਹ ਦਵਾਈ ਲੈ ਲੈਂਦੇ ਹੋ ਤਾਂ ਤੁਹਾਡਾ ਗੁਰਦਿਆਂ ਦਾ ਵੀ ਬਿਮਾਰੀ ਅੱਧੇ ਨਾਲੋਂ ਜ਼ਿਆਦਾ ਹੱਦ ਤੱਕ ਕਵਰ ਹੋ ਜਾਏ ਸਿਰਫ ਇਹ ਆਯੁਰਵੈਦਿਕ ਦਵਾਈ ਦੇ ਨਾਲ। ਇਸ ਦਵਾਈ ਦੇ ਅੰਦਰ ਸਭ ਕੁਝ ਅਸੀਂ ਪਾਤਾ ਹੈ। ਮੈਂ ਕਹਿੰਦਾ 100% ਬਲੱਡ ਪ੍ਰੈਸ਼ਰ ਠੀਕ ਹੋ ਜਾਂਦਾ ਹੈ। ਦਵਾਈਆਂ ਛੁੱਟ ਜਾਂਦੀਆਂ। ਸਾਡਾ ਕੋਈ ਵੀ ਮਰੀਜ਼ ਅਗਰ ਉਹਨੂੰ ਲੌਂਗ ਸਟੈਂਡਿੰਗ BP ਦੀ ਪ੍ਰੋਬਲਮ ਨਹੀਂ ਹੈਗੀ, ਹੁਣੀ BP ਸ਼ੁਰੂ ਹੋਇਆ ਹੋਇਆ 2-3 ਸਾਲ ਤੋਂ ਹੀ ਦਵਾਈ ਖਾ ਰਿਹਾ ਉਹ 6 ਮਹੀਨੇ ਦੇ ਅੰਦਰ ਅੰਦਰ ਆਪਣੀ ਦਵਾਈਆਂ ਪ੍ਰੋਪਰਲੀ ਛੱਡ ਦਿੰਦਾ। ਅੱਛਾ ਉਹਨੂੰ BP ਦੀ ਦਵਾਈ ਖਾਣ ਦੀ ਜ਼ਰੂਰਤ ਨਹੀਂ ਬਿਲਕੁਲ ਦਵਾਈ ਖਾਣੀ ਨਹੀਂ ਪਏਗੀ। ਡਿਜੀਟਲ ਪੰਜਾਬ ਲਾਈਵ ਦੇ ਵਿੱਚ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਹੈ। ਸਾਡੇ ਨਾਲ ਅੱਜ ਫੇਰ ਨੇ ਮਸ਼ਹੂਰ ਡਾਕਟਰ ਬੰਸਲ ਜੀ। ਆਯੁਰਵੈਦਿਕ PhD ਨੇ ਔਰ ਕਿਡਨੀ ਰੋਗ ਖਾਸ ਕਰਕੇ ਪੇਟ ਦੇ ਰੋਗਾਂ ਦੇ ਮਾਹਿਰ ਨੇ। ਬਹੁਤ ਸਾਰੀਆਂ ਵੀਡੀਓ ਤੁਸੀਂ ਪਹਿਲਾਂ ਦੇਖ ਚੁੱਕੇ ਹੋ। ਕਿਡਨੀ ਰੋਗੀ ਤਾਂ ਇਹਨਾਂ ਕੋਲੇ ਆ ਕੇ ਇੱਕ ਤਰ੍ਹਾਂ ਆਪਣੇ ਆਪ ਨੂੰ ਇਹ ਸਮਝਦੇ ਨੇ ਵੀ ਅਸੀਂ ਉਸ ਜਗ੍ਹਾ ਤੇ ਪਹੁੰਚ ਗਏ ਵੀ ਜਿੱਥੇ ਹੁਣ ਸਾਡੇ ਕਿਡਨੀ ਰੋਗ ਖਤਮ ਹੋ ਜਾਣਗੇ। ਖਾਸ ਕਰਕੇ ਜਿਨ੍ਹਾਂ ਨੂੰ ਡਾਇਲਿਸਿਸ ਦਾ ਦਿੱਤਾ ਜਾਂਦਾ ਹੈ ਜਾਂ ਜਿਨ੍ਹਾਂ ਦਾ ਕ੍ਰੀਟੀਨਾਈਨ ਲੈਵਲ ਬਹੁਤ ਜ਼ਿਆਦਾ ਹੁੰਦਾ ਹੈ ਉਹ ਇਹਨਾਂ ਕੋਲੇ ਆਉਂਦੇ ਨੇ ਔਰ ਆਯੁਰਵੈਦਿਕ ਦਵਾਈਆਂ ਦੇ ਨਾਲ ਬਹੁਤ ਮਰੀਜ਼ ਠੀਕ ਹੁੰਦੇ ਨੇ। ਵੀਡੀਓ ਦੇ ਵਿੱਚ ਕਮੈਂਟ ਵੀ ਤੁਸੀਂ ਦੇਖ ਸਕਦੇ ਹੋ ਲਾਸਟ ਕੁਝ ਵੀਡੀਓ ਦੇ ਵਿੱਚ। ਅੱਜ ਜਿਸ ਤਰ੍ਹਾਂ ਸਰ ਸਰਦੀਆਂ ਦਾ ਟਾਈਮ ਹੈ ਕਿਡਨੀ ਰੋਗ ਵੀ ਸਰਦੀਆਂ ਦੇ ਵਿੱਚ ਥੋੜ੍ਹਾ ਵੱਧ ਜਾਂਦਾ ਹੈ ਸੁਣਨ ਦੇ ਵਿੱਚ ਆਇਆ ਹੈ। ਅੱਜ ਮੈਂ ਤੁਹਾਨੂੰ ਇਹ ਪੁੱਛਣਾ ਚਾਹੂੰਗਾ ਆਪਣੀ ਕਦੇ ਇਸ ਵਿਸ਼ੇ 'ਤੇ ਗੱਲ ਨਹੀਂ ਹੋਈ ਕਿ ਕਿਡਨੀ ਦੇ ਰੋਗੀ ਨੇ ਉਹ ਕਿਡਨੀ ਦੇ ਰੋਗੀ ਬਣਦੇ ਕਿਉਂ ਨੇ, ਕਾਰਨ ਕੀ ਹੈ ਉਸਦਾ? ਬੜਾ ਵਧੀਆ ਕੁਐਸਚਨ ਹੈ ਤੁਹਾਡਾ। ਕਿਡਨੀ ਰੋਗ ਹੋਣ ਦੇ ਨਾ ਮੇਨਲੀ 2 ਕਾਰਨ ਹੈ ਮੋٹے-ਮੋٹے। ਜੇ ਅਸੀਂ ਉਹਨੂੰ ਡਿਫਾਈਨ ਕਰੀਏ ਤਾਂ ਉਹਦੇ 2 ਕਾਰਨ ਕਿਹੜੇ ਹੈ? ਪਹਿਲਾ ਹਾਈ ਬਲੱਡ ਪ੍ਰੈਸ਼ਰ BP ਔਰ ਦੂਜਾ ਹੈਗਾ ਸ਼ੂਗਰ ਡਾਇਬੀਟਿਸ, ਜਿਹਦੇ ਵਿੱਚੋਂ 70 ਤੋਂ 80% ਲੋਕੀ BP ਦੇ ਸ਼ਿਕਾਰ ਹੁੰਦੇ ਆ। 20 ਤੋਂ 30% ਲੋਕੀ ਜਿਨ੍ਹਾਂ ਦੀ 20-25-30 ਸਾਲ ਸ਼ੂਗਰ ਹੋ ਜਾਂਦੀ ਹੈ ਉਹਦੇ ਕਾਰਨ ਕਿਡਨੀ ਰੋਗ ਹੁੰਦੇ ਆ ਜੀ। ਪਰ ਸਭ ਤੋਂ ਵੱਡਾ ਮੇਨ ਕਾਰਨ ਹੈ ਬਲੱਡ ਪ੍ਰੈਸ਼ਰ ਜੋ ਕਿ ਇੱਕ ਸਾਇਲੈਂਟ ਕਿਲਰ ਹੈ। ਇਸ ਸਾਇਲੈਂਟ ਕਿਲਰ ਦੀ ਵਜ੍ਹਾ ਨਾਲ ਜਾਂ ਤਾਂ ਪੇਸ਼ੈਂਟ ਦੇ ਗੁਰਦੇ ਖਰਾਬ ਹੋ ਜਾਂਦੇ ਆ ਜਾਂ ਉਹਦਾ ਲੀਵਰ ਖਰਾਬ ਹੋ ਜਾਂਦਾ ਹੈ ਜਾਂ ਉਹਦਾ ਹਾਰਟ ਖਰਾਬ ਹੋ ਜਾਂਦਾ ਹੈ ਔਰ ਨਹੀਂ ਤਾਂ ਫਿਰ ਕੋਈ ਨਾ ਕੋਈ ਨਸ ਫਟ ਜਾਂਦੀ ਹੈ ਜਿਹਦੇ ਕਾਰਨ ਉਹਨੂੰ ਹਾਰਟ ਅਟੈਕ ਹੋ ਕੇ ਜਾਂ ਤਾਂ ਉਹਦਾ ਬ੍ਰੇਨ ਵਿੱਚ ਕੰਮ ਕਰਨਾ ਬੰਦ ਕਰ ਦਿੰਦਾ ਹੈ ਔਰ ਜਾਂ ਫਿਰ ਉਹਨੂੰ ਲਕਵਾ ਹੋ ਜਾਂਦਾ ਹੈ ਸਿਰਫ BP ਦੇ ਕਾਰਨ। BP ਦੀ ਵਜ੍ਹਾ ਨਾਲ। BP ਆਪਣੇ ਆਪ ਦੇ ਵਿੱਚ ਇੱਕ ਸਭ ਤੋਂ ਵੱਡੀ ਬਿਮਾਰੀ ਹੈ ਔਰ ਅਨਫੋਰਚੂਨੇਟਲੀ ਸਾਡੇ ਸਮਾਜ ਦੇ ਵਿੱਚ ਇਹ ਸਭ ਤੋਂ ਨੈਗਲੈਕਟ ਬਿਮਾਰੀ ਹੈ। ਲੋਕੀ ਹੱਥ ਫੜੀ ਆਉਂਦੇ ਆ
ਮੇਰਾ ਤਾਂ 200 BP ਹੈ, ਮੈਨੂੰ ਕੋਈ ਫਰਕ ਨਹੀਂ। 200 BP ਸਾਇਲੈਂਟ ਕਿਲਰ ਕਿਸੇ ਨਾ ਕਿਸੇ ਟਾਈਮ ਤੁਹਾਡੀ ਜਾਨ ਦੇ ਨਾਲ ਖਿਲਵਾੜ ਕਰੇਗਾ। ਜਾਂ ਤਾਂ ਕੋਈ ਵੱਡੀ ਬਿਮਾਰੀ ਦਊਗਾ, ਜਿਵੇਂ ਗੁਰਦੇ ਫੇਲ ਹੋ ਗਏ, ਇੱਕਦਮ ਗੁਰਦੇ ਫੇਲ ਹੁੰਦੇ ਆ, ਪੇਸ਼ੈਂਟ ਨੂੰ ਪਤਾ ਹੀ ਨਹੀਂ ਲੱਗਦਾ ਵੀ ਗੁਰਦੇ ਮੇਰੇ ਫੇਲ ਹੋ ਗਏ। ਅੱਛਾ ਜੀ। ਔਰ BP ਉਸ ਤੋਂ ਬਾਅਦ ਇੰਨੀ ਕੁ ਭਿਅੰਕਰ ਰੂਪ ਦੇ ਵਿੱਚ ਤੁਹਾਡੇ ਸਾਹਮਣੇ ਆਉਂਦਾ, ਨਾ ਉਹ ਕੰਟਰੋਲ ਹੁੰਦਾ। ਉਹ ਲੋਕੀ ਤਾਂ ਮੈਂ ਦੇਖਿਆ ਸੌਰਵ ਜੀ, ਜੇਬ ਦੇ ਵਿੱਚ ਗੋਲੀ ਪਾਈ ਫਿਰਦੇ ਆ ਕਿ ਸਾਨੂੰ ਤਾਂ ਜੀ BP ਦੀ ਸ਼ਿਕਾਇਤ ਹੋਈ ਸੀ, ਆਹ ਡਾਕਟਰ ਨੇ ਦਵਾਈ ਲਾਈ ਹੋਈ ਹੈ, ਇਹ ਅਸੀਂ ਖਾਈ ਜਾਂਦੇ ਹਾਂ। ਸਾਰੀ ਉਮਰ ਮੈਂ ਦੇਖਦਾ ਵੀ ਸਾਡੇ ਵੀ ਦੇਖਦੇ ਹਾਂ ਰਿਲੇਟਿਵ ਨੇ BP ਦੀ ਗੋਲੀ, ਤੁਹਾਡੇ ਵਾਲੀ ਗੱਲ ਸਹੀ ਹੈ ਵੀ BP ਦੀ ਗੋਲੀ ਤਾਂ ਉਹਨੂੰ ਜੇਬ 'ਚ ਪਾ ਕੇ ਰੱਖਣੀ ਪੈਂਦੀ ਹੈ ਵੀ ਸਾਰ ਕੀ ਵਾਕਿਆ ਦੇ ਵਿੱਚ ਹੀ ਆਯੁਰਵੈਦਾ ਦੇ ਹਿਸਾਬ ਨਾਲ ਵੀ ਕਿ BP ਦੀ ਜਿਹੜਾ ਰੋਗੀ ਹੋ ਗਿਆ ਉਹਨੂੰ ਸਾਰੀ ਉਮਰ ਹੀ ਦਵਾਈ ਖਾਣੀ ਪੈਂਦੀ ਹੈ। ਦੇਖੋ BP ਇੱਕ ਬਿਮਾਰੀ ਹੈ, ਕੰਟਰੋਲ ਤਾਂ ਕਰਨਾ ਹੀ ਪਏਗਾ। ਜੇ ਤੁਸੀਂ ਆਯੁਰਵੇਦ ਨੂੰ ਮੰਨਦੇ ਹੋ ਤਾਂ ਅਸੀਂ ਕਹਿੰਦੇ ਹਾਂ ਕਿ ਕੁਝ ਟਾਈਮ ਦਵਾਈ ਖਾ ਲਓ, ਪਰਹੇਜ਼ ਕਰ ਲਓ, ਜੋ ਅਸੀਂ ਦਵਾਈ ਦੱਸਦੇ ਹਾਂ ਉਹ ਰੈਗੂਲਰ ਕਰ ਲਓ, ਜੜ ਨੂੰ ਪਕੜ ਲਓ, ਕਾਰਨ ਕੀ ਹੈ ਉਸ ਬਿਮਾਰੀ ਦਾ, ਉੱਥੇ ਪਹੁੰਚ ਜਾਓ, BP ਠੀਕ ਹੋ ਜਾਂਦਾ ਹੈ। ਪਰ ਜੇ ਤੁਸੀਂ ਜੜ ਪਕੜਨੀ ਨਹੀਂ, ਸਿਰਫ ਰੀਡਿੰਗ ਦੇ ਉੱਤੇ ਜਾਣਾ ਹੈ, BP ਵਧਿਆ ਹੋਇਆ ਵਾ। ਦੇਖੋ ਦੋ ਤਰ੍ਹਾਂ ਦੇ ਮਰੀਜ਼ ਹੁੰਦੇ ਆ, ਇੱਕ ਤਾਂ ਬਿਲਕੁਲ ਟੈਨਸ਼ਨ ਨਹੀਂ ਲੈਂਦੇ ਔਰ ਇੱਕ ਬਹੁਤ ਜ਼ਿਆਦਾ ਟੈਨਸ਼ਨ ਲੈਂਦੇ ਆ। ਜਿਹੜੇ ਬਿਲਕੁਲ ਟੈਨਸ਼ਨ ਨਹੀਂ ਲੈਂਦੇ ਉਹ ਜਾਂਦੇ ਸਿੱਧਾ ਹੀ ਉਹਨਾਂ ਨੂੰ ਬਿਲਕੁਲ ਔਰ ਜਿਹੜੇ ਜ਼ਿਆਦਾ ਟੈਨਸ਼ਨ ਲੈਂਦੇ ਆ ਉਹ ਸਾਰਾ ਸਾਲ ਫਿਰ ਦਵਾਈਆਂ ਖਾਂਦੇ ਰਹਿੰਦੇ ਆ। ਦਵਾਈਆਂ ਖਾਣੀ ਤਾਂ ਪੈਣੀ ਹੈ, ਬਟ ਉਹ ਕਿਹੜੀ ਦਵਾਈ ਖਾਣੀ ਹੈ, ਕਦੋਂ ਖਾਣੀ ਹੈ, ਇਹ ਵੀ ਬਹੁਤ ਜ਼ਰੂਰੀ ਹੈ ਜੀ। ਬਿਲਕੁਲ। ਜੇ ਤੁਸੀਂ ਕਹੋ ਵੀ BP ਦੇ ਮਰੀਜ਼ ਨੂੰ ਦਵਾਈ ਕਿੰਨੀ ਦੇਰ ਖਾਣੀ ਪਏਗੀ, ਜੇ ਉਹ ਐਲੋਪੈਥਿਕ ਦਵਾਈ ਖਾਂਦਾ ਤਾਂ ਉਹਨੂੰ ਸਾਰੀ ਜ਼ਿੰਦਗੀ ਖਾਣੀ ਪਏਗੀ, ਉਹਦਾ ਕੋਈ ਇਲਾਜ ਨਹੀਂ। ਈਵਨ ਐਲੋਪੈਥਿਕ ਡਾਕਟਰ ਤਾਂ ਕਲੀਅਰਲੀ ਦੱਸਦੇ ਆ ਕਿ ਅਗਰ BP ਹੋ ਗਿਆ ਤਾਂ ਭਾਈ ਤੁਹਾਨੂੰ ਸਾਰਾ ਟਾਈਮ ਦਵਾਈ ਖਾਣੀ ਹੈ। ਇੱਕ ਗੱਲ ਮੈਂ ਹੋਰ ਵੀ ਦੇਖੀ ਹੈ, ਸ਼ਾਇਦ ਤੁਹਾਡੇ ਕੋਲ ਵੀ ਇਸ ਤਰ੍ਹਾਂ ਦੇ ਪੇਸ਼ੈਂਟ ਆਉਂਦੇ ਹੋਣਗੇ, ਜਿਹੜੇ BP ਦੇ ਰੋਗੀ ਨੇ ਉਹਨਾਂ ਨੂੰ ਦਵਾਈ ਲਿਖ ਦਿੰਦੇ ਨੇ, 6 ਮਹੀਨੇ ਸਾਲ ਉਹ ਇੱਕ ਮੈਡੀਸਿਨ ਖਾਂਦੇ ਨੇ, ਫਿਰ ਉਹ ਕੰਮ ਕਰਨਾ ਬੰਦ ਕਰ ਦਿੰਦੀ ਹੈ, ਫਿਰ ਉਹਦੀ ਡੋਜ਼ ਵਧਾ ਦਿੱਤੀ ਜਾਂਦੀ ਹੈ ਜਾਂ ਚੇਂਜ ਕਰ ਦਿੱਤੀ ਜਾਂਦੀ ਹੈ, ਪਰ ਉਹ ਚੱਲਦੀ ਸਾਰੀ ਉਮਰ ਹੈ। ਦੇਖੋ ਇਸ ਤਰ੍ਹਾਂ ਹੈ ਨਾ ਕਿ BP ਦਾ ਸਮਝਣਾ ਪਏਗਾ BP ਹੈ ਕੀ ਹੈ। BP ਦੇ ਰੋਗੀ ਨੂੰ ਜੀ ਐਲੋਪੈਥਿਕ ਦਵਾਈ ਕਹਿੰਦੇ ਸਾਰੀ ਉਮਰ ਹੀ ਖਾਣੀ ਪੈਂਦੀ ਹੈ। ਅਕਸਰ BP ਦੇ ਰੋਗੀਆਂ ਨੂੰ ਵੀ ਪਤਾ ਹੈ, ਉਹ ਡਾਕਟਰ ਵੀ ਇਹੀ ਰეკਮੈਂਡ ਕਰਦੇ ਹੈ। ਇਸ ਤੋਂ ਇਲਾਵਾ ਮੈਂ ਕਈ ਵਾਰ ਇਹ ਵੀ ਦੇਖਦਾ ਜੀ, ਜਿਹੜੇ BP ਦੇ ਰੋਗੀ ਨੇ ਡਾਕਟਰ ਕੋਲੋਂ ਦਵਾਈ ਲਿਖਾ ਲਈ ਔਰ ਉਹਨਾਂ ਦੀ ਕੰਟੀਨਿਊ ਚੱਲੀ ਜਾ ਰਹੀ ਹੈ ਔਰ ਇੱਕ ਟਾਈਮ ਤੋਂ ਬਾਅਦ 6 ਮਹੀਨਿਆਂ ਬਾਅਦ ਜਾਂ 7-8 ਮਹੀਨਿਆਂ ਬਾਅਦ ਉਹ ਦਵਾਈ ਕੰਮ ਕਰਨਾ ਬੰਦ ਕਰ ਦਿੰਦੀ ਹੈ। ਫਿਰ ਉਹਦੀ ਕੋਈ ਕੰਪਨੀ ਚੇਂਜ ਕਰਕੇ ਦੇ ਦਿੰਦੇ ਨੇ ਜਾਂ ਡੋਜ਼ ਚੇਂਜ ਕਰ ਦਿੰਦੇ ਹੈ। ਕਿ ਐਲੋਪੈਥਿਕ ਦੇ ਵਿੱਚ ਵੀ ਸੇਮ ਇਸ ਤਰ੍ਹਾਂ ਹੀ ਹੁੰਦਾ ਹੈ ਜਾਂ ਸਿਰਫ ਕੋਈ ਹੋਰ ਇਹਦੇ 'ਚ ਕਾਰਨ ਹੈ? ਦੇਖੋ ਐਲੋਪੈਥੀ ਦੇ ਵਿੱਚ ਸੇਮ ਇਸ ਲਈ ਹੁੰਦਾ ਕਿਉਂਕਿ ਉਹਨਾਂ ਨੂੰ ਕਾਰਨ ਤਾਂ ਪਤਾ ਹੀ ਨਹੀਂ ਬਿਮਾਰੀ ਦਾ। BP ਦਾ ਮਤਲਬ ਸਿਰਫ ਬਲੱਡ ਪ੍ਰੈਸ਼ਰ ਵਧਣਾ ਨਹੀਂ ਹੈਗਾ, ਉਹ ਤਾਂ ਇੱਕ ਡੈਫੀਨੇਸ਼ਨ ਹੈ ਕਿ ਤੁਹਾਡੀਆਂ ਜਿਹੜੀ ਨਸਾਂ ਹੈਗੀਆਂ ਉਹਦੇ ਵਿੱਚ ਬਲੱਡ ਦਾ ਪ੍ਰੈਸ਼ਰ ਕਿੰਨਾ ਹੈ, ਉਹਦੇ ਕਾਰਨ ਉਹਨੂੰ ਅਸੀਂ ਬਲੱਡ ਪ੍ਰੈਸ਼ਰ ਬੋਲ ਦਿੰਦੇ ਹਾਂ। ਉਹ ਕਹਿੰਦੇ ਕਿ ਅਗਰ 140 ਤੋਂ ਉੱਪਰ ਹੋ ਗਿਆ ਤੁਹਾਨੂੰ ਸਾਰੀ ਜ਼ਿੰਦਗੀ ਦਵਾਈ ਖਾਣੀ ਪਏਗੀ, ਨਹੀਂ ਖਾਓਗੇ ਤਾਂ ਬਿਮਾਰੀ ਕਰੇਗੀ। ਡੈਫੀਨੇਟਲੀ ਬਿਮਾਰੀ ਤਾਂ ਕਰੇਗੀ, ਬਟ ਉਹਦਾ ਕਾਰਨ ਕੀ ਹੈ? ਆਯੁਰਵੇਦਾ ਦੇ ਅਕੋਰਡਿੰਗਲੀ 3 ਤਰ੍ਹਾਂ ਦੇ ਦੋਸ਼ ਹੁੰਦੇ ਆ, ਵਾਤ, ਪਿੱਤ ਤੇ ਕਫ। ਜਦੋਂ ਵਾਤ ਵੱਧਦੀ ਹੈਗੀ ਹੈ ਤੁਹਾਡੇ ਬਲੱਡ ਦੇ ਅੰਦਰ ਔਰ ਵਾਤ ਰਕਤਗਤ ਵਾਤ ਹੁੰਦੀ ਹੈ, ਉਸ ਬਿਮਾਰੀ ਨੂੰ ਅਸੀਂ BP ਕਹਿੰਦੇ ਹਾਂ। ਹੁਣ ਇਹਦਾ ਅਸੀਂ ਇੰਨਾ ਡੀਪਲੀ ਸਟੱਡੀ ਹੈਗੀ ਆਯੁਰਵੇਦ ਦੀ, ਜੇ ਅਸੀਂ ਉਸ ਵਾਤ ਨੂੰ ਕਵਰ ਕਰ ਲਈਏ, ਵਾਤ ਦਾ ਮਤਲਬ ਜੋ ਅਸੀਂ ਖਾਣਾ ਪੀਣਾ, ਸਾਡਾ ਰਹਿਣ ਸਹਿਣ ਵਾਤ ਨੂੰ ਵਧਾਉਂਦਾ ਹੈ, ਜੇ ਅਸੀਂ ਉਹਨੂੰ ਕੰਟਰੋਲ ਕਰ ਲਈਏ BP ਕੰਟਰੋਲ ਹੋ ਜਾਂਦਾ। ਅੱਛਾ ਜੀ। ਜੇ BP ਉਹਦਾ ਕੰਟਰੋਲ ਕਰ ਲੈਂਦੇ ਆ, ਖਾਣ ਪੀਣ ਨੂੰ ਸੈੱਟ ਕਰ ਲੈਂਦੇ ਆ, ਜਾਂ ਫਿਰ ਜੋ ਕੁਝ ਆਯੁਰਵੈਦਿਕ ਦਵਾਈਆਂ, ਮੈਂ ਕਹਿੰਦਾ 100% ਬਲੱਡ ਪ੍ਰੈਸ਼ਰ ਠੀਕ ਹੋ ਜਾਂਦਾ ਹੈ, ਦਵਾਈਆਂ ਛੁੱਟ ਜਾਂਦੀਆਂ। ਸਾਡਾ ਕੋਈ ਵੀ ਮਰੀਜ਼ ਅਗਰ ਉਹਨੂੰ ਲੌਂਗ ਸਟੈਂਡਿੰਗ BP ਦੀ ਪ੍ਰੋਬਲਮ ਨਹੀਂ ਹੈਗੀ, ਹੁਣੀ BP ਸ਼ੁਰੂ ਹੋਇਆ ਹੋਇਆ 2-3 ਸਾਲ ਤੋਂ ਹੀ ਦਵਾਈ ਖਾ ਰਿਹਾ, ਉਹ 6 ਮਹੀਨੇ ਦੇ ਅੰਦਰ ਆਪਣੀ ਦਵਾਈਆਂ ਪ੍ਰੋਪਰਲੀ ਛੱਡ ਦਿੰਦਾ। ਅੱਛਾ, ਉਹਨੂੰ BP ਦੀ ਦਵਾਈ ਖਾਣ ਦੀ ਜ਼ਰੂਰਤ ਨਹੀਂ, ਬਿਲਕੁਲ ਦਵਾਈ ਖਾਣੀ ਨਹੀਂ ਪਏਗੀ, ਬਸ਼ਰਤੇ ਉਸਨੂੰ ਕਿਸੇ ਤਰ੍ਹਾਂ ਦਾ BP ਦਾ ਸਾਈਡ ਇਫੈਕਟ ਨਾ ਆ ਗਿਆ ਹੋਵੇ, ਉਹਨੂੰ ਹਾਰਟ ਦੀ ਦਿੱਕਤ ਨਾ ਆ ਗਈ ਹੋਵੇ, ਉਹਦੇ ਲੀਵਰ ਨਾ ਖਰਾਬ ਹੋ ਗਿਆ ਹੋਵੇ, ਜਾਂ ਉਹਦੇ ਗੁਰਦੇ ਨਾ ਖਰਾਬ ਹੋ ਗਏ ਹੋਣ, ਜਾਂ ਫਿਰ ਉਹਨੂੰ ਕਿਸੇ ਤਰ੍ਹਾਂ ਦੀ ਬਲੱਡ ਥਿਨਰ ਵਗੈਰਾ ਕਿਉਂਕਿ ਉਹਦਾ ਬ੍ਰੇਨ ਦੇ ਵਿੱਚ ਕੋਈ ਕਲੋਟ ਜੰਮ ਗਿਆ ਸੀ ਉਹਦੇ ਨਾਲ ਨਾ ਖਾਣੀ ਪੈਂਦੀ ਹੋਵੇ, BP ਕੰਟਰੋਲ ਹੋ ਜਾਊਗਾ, 100% ਕੰਟਰੋਲ ਹੁੰਦਾ। BP ਦੇ ਨਾਲ ਹੀ ਤੁਸੀਂ ਡਾਕਟਰ ਸਾਹਿਬ ਦੱਸ ਰਹੇ ਨੇ ਵੀ ਕਿਡਨੀ ਰੋਗ ਉਤਪੰਨ ਹੁੰਦੇ ਨੇ, ਕਿਡਨੀ ਰੋਗ ਜਿਹੜੇ ਕਿਡਨੀਆਂ ਨੂੰ ਖਰਾਬ ਕਰਦੇ ਨੇ ਜਾਂ ਕ੍ਰੀਏਟਿਨਾਈਨ ਨੂੰ ਵਧਾਉਂਦੇ ਨੇ, ਡਾਇਲਿਸਿਸ ਤੱਕ ਦੀ ਨੌਬਤ ਆ ਜਾਂਦੀ ਹੈ। ਉਹਦੇ ਵਿੱਚ ਮੋਸਟਲੀ ਜਿਹੜੇ ਪੇਸ਼ੈਂਟ ਆਉਂਦੇ ਨੇ ਉਹ ਹਾਈ BP ਦੇ ਆਉਂਦੇ ਨੇ। ਸਰਦੀਆਂ ਦੇ ਵਿੱਚ ਸਾਰੇ ਰੋਗ ਕਿਉਂ ਵੱਧ ਜਾਂਦਾ ਹੈ? ਇਹ ਦੇਖੋ ਇੱਕ ਚੀਜ਼ ਤਾਂ ਸਮਝ ਹੀ ਨਹੀਂ ਪਏਗੀ ਨਾ, ਇਹਦੇ ਵਾਸਤੇ ਮੈਂ ਆਪਣੇ ਪੇਸ਼ੈਂਟ ਨੂੰ ਇੱਕ ਐਗਜ਼ਾਮਪਲ ਦੇਣਾ ਕਿ ਸਾਰੇ ਬੰਦੇ ਜਾ ਕੇ ਆਪਣੇ ਗੀਜ਼ਰ ਦੇਖੋ, ਘਰਾਂ 'ਚ ਗੀਜ਼ਰ ਲੱਗਿਆ ਹੁੰਦਾ ਨਾ, ਗੀਜ਼ਰ ਦੀ ਜਿਹੜੀ ਪਾਈਪ ਹੈ ਉਹਨੂੰ ਹੱਥ ਲਗਾਓ ਇੱਕ ਵਾਰੀ ਜਾ ਕੇ। ਇਸ ਟਾਈਮ ਜਿਵੇਂ ਅੱਜ 25 ਦਸੰਬਰ ਦੀ ਗੱਲ ਹੈ, ਤੁਸੀਂ 25 ਦਸੰਬਰ ਨੂੰ ਆਪਣੇ ਗੀਜ਼ਰ ਦੀ ਪਾਈਪ ਨੂੰ ਹੱਥ ਲਗਾਓਗੇ ਤਾਂ ਉਹ ਬਿਲਕੁਲ ਅਕੜੀ ਹੋਏਗੀ, ਹਾਰਡ ਹੋਏਗੀ। ਸਾਡੇ ਖੂਨ ਦੀਆਂ ਨਸਾਂ ਜਿਹੜੀਆਂ ਹੈਗੀਆਂ, ਨਾੜੀਆਂ, ਉਹਦਾ ਹਾਲ ਵੀ ਇਹੀ ਹੈ ਕਿ ਇਸ ਟਾਈਮ ਸਰਦੀਆਂ ਦੇ ਵਿੱਚ ਨਸਾਂ ਜਿਹੜੀਆਂ ਹੁੰਦੀਆਂ ਉਹ ਹਾਰਡ ਹੋ ਜਾਂਦੀਆਂ, ਜਿਹਨੂੰ ਅਸੀਂ ਆਰਟਰੀਜ਼ ਬੋਲਦੇ ਹਾਂ। ਆਰਟਰੀਜ਼ ਜਿਹੜੀਆਂ ਹੁੰਦੀਆਂ ਉਹ ਹਾਰਡਨ ਹੋ ਜਾਂਦੀਆਂ, ਉਹਦੇ 'ਚ ਜਦੋਂ ਬਲੱਡ ਫਲੋ ਹੁੰਦਾ ਪ੍ਰੋਪਰ ਨਹੀਂ ਹੋ ਪਾਉਂਦਾ ਤਾਂ ਫਿਰ ਉਹ ਬਲੱਡ ਦਾ ਪ੍ਰੈਸ਼ਰ ਵਧਾ ਦਿੰਦਾ। ਤਾਂ ਸਰਦੀਆਂ ਦੇ ਵਿੱਚ ਆਮ ਤੌਰ ਤੇ BP ਵੱਧਦਾ ਕੰਪੈਰੀਟਿਵਲੀ ਗਰਮੀਆਂ ਦੇ। ਬਟ ਅਗਰ ਅਸੀਂ ਆਪਣੇ ਸਰੀਰ ਦੇ ਅੰਦਰ ਖਾਣ ਪਾਣ ਇੱਦਾਂ ਦਾ ਰੱਖੀਏ, ਥੋੜਾ ਜਿਹਾ ਸਰੀਰ ਨੂੰ ਗਰਮ ਰੱਖੀਏ, ਕੁਝ ਲਾਈਫ ਸਟਾਈਲ ਨੂੰ ਮੇਨਟੇਨ ਕਰੀਏ, ਜਾਂ ਫਿਰ ਜਿਹੜੇ ਅਸੀਂ ਪ੍ਰਾਣਾਯਾਮ ਦੱਸਦੇ ਹਾਂ,
ਐਕਸਰਸਾਈਜ਼ ਦੱਸਦੇ ਆ, ਉਹ ਅਗਰ ਰੈਗੂਲਰ ਬੇਸਿਸ ਤੇ ਕਰ ਲੈਂਦੇ ਆ, ਇਹ ਬੀਪੀ ਨਾਮ ਦੇ ਭੂਤ ਨੂੰ ਭਜਾ ਸਕਦੇ ਆ ਆਪਾਂ। ਕੀ ਬਾਤ ਹੈ ਜੀ। ਜਿਵੇਂ ਮੈਂ ਤੁਹਾਨੂੰ ਦੱਸਿਆ, ਇਹ ਬੀਪੀ ਇੱਕ ਭੂਤ ਦੀ ਤਰ੍ਹਾਂ ਹੈ, ਜਿਹੜਾ ਚਿਮੜ ਗਿਆ ਤਾਂ ਚਿਮੜ ਗਿਆ। ਬਟ ਇੱਕ ਚੀਜ਼ ਮੰਨਣੀ ਪਏਗੀ ਕਿ ਅਗਰ ਤੁਸੀਂ ਆਯੁਰਵੇਦ ਨੂੰ ਫੋਲੋ ਕਰਦੇ ਹੋ, ਅਗਰ ਤੁਸੀਂ ਆਯੁਰਵੈਦਿਕ ਸਿਧਾਂਤ ਨੂੰ ਮੰਨਦੇ ਹੋ, ਤਾਂ ਇਸ ਭੂਤ ਨੂੰ ਭਜਾਇਆ ਜਾ ਸਕਦਾ ਹੈ, ਇਸ ਭੂਤ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇੱਕ ਰਿਸਰਚ ਹੈ ਬੜੀ ਕਾਮਨ, ਮੈਂ ਤੁਹਾਨੂੰ ਇੱਕ ਬੜੀ ਹਾਸੇ ਵਾਲੀ ਗੱਲ ਦੱਸਦਾ। ਉਹਦੇ 'ਚ ਇਹ ਲਿਖਿਆ ਗਿਆ ਵਾ ਕਿ ਅਗਰ ਕਿਸੇ ਨੂੰ ਬੀਪੀ ਹੋ ਜਾਂਦਾ ਵਾ ਤਾਂ ਉਹਦੀ ਉਮਰ 12 ਸਾਲ ਤੱਕ ਘਟ ਜਾਂਦੀ ਹੈ। ਅੱਛਾ ਜੀ। ਇਹ ਰਿਸਰਚ ਹੋ ਚੁੱਕੀ ਹੈ, ਰਿਸਰਚ ਆਰਟੀਕਲ ਛਪੇ ਹੋਏ ਆ, ਕੋਈ ਵੀ ਜਾ ਕੇ ਗੂਗਲ ਕਰੋ ਕਿ 12 ਸਾਲ ਉਮਰ ਦਾ ਬੀਪੀ ਦੇ ਨਾਲ ਕੀ ਲਿੰਕ ਹੈ, ਤਾਂ ਉੱਥੇ ਆਏਗਾ ਕਿ ਅਗਰ ਕਿਸੇ ਨੂੰ ਬੀਪੀ ਦੀ ਬਿਮਾਰੀ ਹੈ ਤਾਂ ਉਹਦੀ ਉਮਰ 12 ਸਾਲ ਘਟ ਜਾਂਦੀ ਹੈ। ਇਨਕੀ ਐਵਰੇਜ ਲਾਈਫ ਨਾਲੋਂ 12 ਸਾਲ ਐਵਰੇਜ ਲਾਈਫ ਨਾਲੋਂ 12 ਸਾਲ ਘਟ ਜਾਂਦੀ ਹੈ। ਉਹਦਾ ਮਤਲਬ ਇਹ ਨਹੀਂ ਕਿ ਬੀਪੀ ਹੋਣ ਦੇ ਕਾਰਨ ਘਟ ਗਿਆ, ਉਹਦਾ ਮਤਲਬ ਹੈ ਕਿ ਜਿਹੜੀ ਆਪਾਂ ਦਵਾਈਆਂ ਸ਼ੁਰੂ ਕਰਤੀਆਂ ਉਹਦੇ ਸਾਈਡ ਇਫੈਕਟ ਹੀ ਇੰਨੇ ਕਿ ਆ ਜਾਂਦੇ ਆ ਕਿ ਉਹਦਾ ਦਵਾਈਆਂ ਦੇ ਨਾਲ ਉਹਦਾ ਵਜਨ ਤੇ ਉਹਦਾ ਜਿਹੜੀ ਉਮਰ ਹੈ ਉਹ ਘਟਣੀ ਸ਼ੁਰੂ ਹੋ ਜਾਂਦੀ ਹੈ। ਇਸ ਜਿਹੜਾ ਮੈਂ ਜਿਹਨੂੰ ਭੂਤ ਬੋਲਦਾ ਬੀਪੀ ਨਾਮਕ ਭੂਤ ਨੂੰ, ਅਗਰ ਤੁਸੀਂ ਆਯੁਰਵੈਦਿਕ ਦਵਾਈਆਂ ਜਾਂ ਆਯੁਰਵੈਦਿਕ ਲਾਈਫਸਟਾਈਲ ਨੂੰ ਫੋਲੋ ਕਰਦੇ ਹੋ, ਮੈਂ ਤੁਹਾਨੂੰ ਇੱਕ ਵੀਡੀਓ ਦੇ ਐਂਡ ਵਿੱਚ ਇੱਕ ਮੈਡੀਸਿਨ ਵੀ ਦੱਸੂਗਾ ਜਿਹਨੂੰ ਅਸੀਂ ਕਵਾਤ ਬੋਲਦੇ ਹਾਂ, ਬੀਪੀ ਵਾਲੇ ਪੇਸ਼ੈਂਟਾਂ ਨੂੰ, ਹਜ਼ਾਰਾਂ ਪੇਸ਼ੈਂਟਾਂ ਨੂੰ ਦਿੱਤਾ ਹੈ। ਅਗਰ ਤੁਸੀਂ ਉਹ ਦਵਾਈ ਯੂਜ਼ ਕਰਦੇ ਹੋ ਤਾਂ ਤੁਹਾਡਾ ਬੀਪੀ 6 ਤੋਂ 8 ਮਹੀਨੇ ਦੇ ਅੰਦਰ ਅੰਦਰ ਜਿੰਨਾ ਵੀ ਮਰਜ਼ੀ ਪੁਰਾਣਾ ਹੈ ਉਹ ਕਵਰ ਹੋ ਜਾਂਦਾ, ਉਹ ਠੀਕ ਹੋ ਜਾਂਦਾ। ਉਸ ਤੋਂ ਬਾਅਦ ਦਵਾਈਆਂ ਵੀ ਖਾਣ ਦੀ ਜ਼ਰੂਰਤ ਨਹੀਂ ਪੈਂਦੀ। ਬਿਲਕੁਲ, ਦਵਾਈਆਂ ਤੁਹਾਡੀਆਂ ਹਮੇਸ਼ਾ ਲਈ ਬੰਦ ਹੋ ਜਾਣਗੀਆਂ। ਬਟ ਇਹ ਹੈ ਕਿ ਤੁਸੀਂ ਜੋ ਪਰਹੇਜ਼ ਦੱਸੇ ਜਾਣਗੇ ਉਹ ਪਰਹੇਜ਼ ਕਰਨੇ ਆ। ਅੱਜ ਇਸ ਵੀਡੀਓ ਰਾਹੀਂ ਮੈਂ ਇੱਕ ਸੰਦੇਸ਼ ਦੇਣਾ ਚਾਹੁੰਦਾ ਹੈ ਕਿ ਅਗਰ ਕੋਈ ਵੀ ਬੰਦਾ ਜਿਹਨੂੰ ਬੀਪੀ ਦੀ ਬਿਮਾਰੀ ਹੈਗੀ ਹੈ, ਜਿਹਦਾ ਬਲੱਡ ਪ੍ਰੈਸ਼ਰ ਵੱਧਦਾ ਵਾ, ਤਾਂ ਮੈਂ ਅੱਜ ਉਹਦੀ ਉਮਰ 12 ਸਾਲ ਵਧਾਉਣ ਲੱਗਿਆ। ਤੁਸੀਂ ਵਧੀਆ ਸਹੀ ਸੁਣਿਆ ਕਿ ਜਿਸ ਬੰਦੇ ਨੂੰ ਵੀ ਬੀਪੀ ਦੀ ਬਿਮਾਰੀ ਹੈ ਉਹਦੀ 12 ਸਾਲ ਉਮਰ ਵੱਧ ਸਕਦੀ ਹੈ, ਕਿਉਂਕਿ ਇੱਕ ਸ਼ੋਧ ਹੋਇਆ, ਇੱਕ ਰਿਸਰਚ ਹੋਈ ਹੈ, ਰਿਸਰਚ ਪੇਪਰ ਪਬਲਿਸ਼ਡ ਹੋਇਆ ਹੈ, ਜਿਹਦੇ 'ਚ ਇਹ ਦੱਸਿਆ ਗਿਆ ਕਿ ਅਗਰ ਕਿਸੇ ਨੂੰ ਬੀਪੀ ਹੈ, ਜਿਹਦਾ ਬਲੱਡ ਪ੍ਰੈਸ਼ਰ ਵੱਧਦਾ, ਤਾਂ ਉਹਦੀ ਐਵਰੇਜ ਉਮਰ 12 ਸਾਲ ਘਟ ਜਾਂਦੀ ਹੈ। ਜਿਹੜੇ ਐਲੋਪੈਥਿਕ ਡਾਕਟਰਸ ਨੇ, ਐਲੋਪੈਥੀ ਨੇ ਬੀਪੀ ਮਰੀਜ਼ਾਂ ਦੀ ਜੇਬ ਦੇ ਅੰਦਰ ਇੱਕ ਪੱਤਾ ਹਮੇਸ਼ਾ ਵਾਸਤੇ ਫਿੱਟ ਕਰ ਦਿੱਤਾ ਹੈ ਕਿ ਸਾਰੀ ਜ਼ਿੰਦਗੀ ਖਾਣੀ ਪਏਗੀ, ਉਹ ਪੱਤਾ ਵੀ ਛੁੱਟ ਸਕਦਾ ਹੈ। ਅੱਛਾ ਜੀ। ਅਗਰ ਤੁਸੀਂ ਆਯੁਰਵੈਦਿਕ ਲਾਈਫਸਟਾਈਲ ਨੂੰ ਫੋਲੋ ਕਰਦੇ ਹੋ, ਆਯੁਰਵੇਦਾ ਨੂੰ ਫੋਲੋ ਕਰਦੇ ਹੋ, ਸਾਡੇ ਦੱਸੇ ਹੋਏ ਮਾਰਗਦਰਸ਼ਨ ਨੂੰ ਫੋਲੋ ਕਰਦੇ ਹੋ, ਤੁਹਾਡਾ ਪੱਤਾ ਵੀ ਛੁੱਟ ਜਾਏਗਾ ਔਰ ਤੁਹਾਡੀ 12 ਸਾਲ ਉਮਰ ਵੱਧ ਜਾਏਗੀ। ਮੇਰੇ ਤੋਂ ਲਿਖਵਾ ਕੇ ਲੈ ਲਓ। ਉਹਦਾ ਕਾਰਨ ਹੈ ਕਿ ਤੁਹਾਡਾ ਬੀਪੀ ਹਮੇਸ਼ਾ ਵਾਸਤੇ ਠੀਕ ਹੋ ਜਾਏਗਾ। ਔਰ ਅਗਰ ਤੁਹਾਡਾ ਬੀਪੀ ਠੀਕ ਹੋ ਜਾਂਦਾ ਹੈ ਤਾਂ ਬਿਲੀਵ ਮੀ ਦੋਸਤੋ, ਤੁਹਾਨੂੰ ਹਾਰਟ ਦੀ ਪ੍ਰੋਬਲਮ, ਦੂਜੇ ਨੰਬਰ ਤੇ ਗੁਰਦਿਆਂ ਦੀ ਪ੍ਰੋਬਲਮ ਔਰ ਤੀਜੇ ਨੰਬਰ ਤੇ ਬ੍ਰੇਨ ਦੀ ਪ੍ਰੋਬਲਮ ਇਹ ਨਹੀਂ ਆਏਗੀ। ਔਰ ਅਗਰ ਇਹ ਤਿੰਨ ਪ੍ਰੋਬਲਮਾਂ ਨਹੀਂ ਆਉਂਦੀਆਂ, ਤੁਹਾਡੀ ਉਮਰ ਵੈਸੇ ਹੀ ਲੰਬੀ ਹੋ ਜਾਏਗੀ। ਸਰ ਕੀ ਅਜਿਹਾ ਮਤਲਬ ਕਿ ਆਯੁਰਵੇਦਾ ਦੇ ਵਿੱਚ ਦੇ ਸਕਦੇ ਹਾਂ ਕਿ ਉਹ ਵੀ ਆਪਾਂ ਦਰਸ਼ਕਾਂ ਨੂੰ ਦੱਸ ਦਾਂਗੇ, ਜਿਵੇਂ ਆਪਾਂ ਹਮੇਸ਼ਾ ਕੁਝ ਆਯੁਰਵੈਦਿਕ ਸਲਾਹ ਜਿਹਨੂੰ ਮੈਂ ਕਹਿੰਦਾ ਉਹਨਾਂ ਦਿੰਦੇ ਹੋ, ਕਿ ਉਸ ਦੇ ਵਿੱਚ ਆਯੁਰਵੇਦਾ 'ਚ ਘਰ ਬੈਠੇ ਲੋਕ ਕੀ ਚੀਜ਼ ਲੈਣ ਜਿਹਦੇ ਨਾਲ ਉਹਨਾਂ ਦੀ ਬੀਪੀ ਦੀ ਗੋਲੀ ਵਾਲਾ ਪੱਤਾ ਜੇਬ 'ਚੋਂ ਨਿਕਲ ਜਾਏ ਤੇ ਉਹਨਾਂ ਦੀ ਉਮਰ ਵੀ ਵੱਧ ਜਾਏ। ਦੇਖੋ, ਮੈਂ ਤੁਹਾਨੂੰ ਇੱਕ ਨਾ ਕਵਾਤ ਦੱਸਣ ਲੱਗਿਆ। ਕਵਾਤ ਮਤਲਬ ਇੱਕ ਕਾੜਾ ਬਣਾਉਣਾ ਤੁਸੀਂ ਸਾਰਿਆਂ ਨੇ, ਇਹ ਤਾਂ ਲੈਣਾ ਹੀ ਹੈ। ਸਰਦੀਆਂ ਦੇ ਵਿੱਚ ਤਾਂ ਲੈਣਾ ਹੀ ਲੈਣਾ, ਗਰਮੀਆਂ ਦੇ ਵਿੱਚ ਵੀ ਲੈਣਾ। ਗਰਮੀਆਂ ਦੇ ਵਿੱਚ ਇੱਕ ਵਾਰੀ ਲੈਣਾ ਔਰ ਸਰਦੀਆਂ 'ਚ ਤੁਸੀਂ 2 ਵਾਰੀ ਲੈਣਾ। ਚਾਹ ਪੀਣੀ ਛੱਡ ਦਿਓ ਯਾਰ, ਸੀਰੀਅਸਲੀ। ਦੁੱਧ ਵਾਲੀ ਜਿਹੜੀ ਚਾਹ ਪੀਂਦੇ ਆ ਨਾ, ਉਹਨੂੰ ਛੱਡ ਦਿਓ ਔਰ ਆਹ ਵਾਲੀ ਜਿਹੜੀ ਮੈਂ ਦਵਾਈ ਦੱਸ ਰਿਹਾ, ਇਹਨੂੰ ਚਾਹ ਦੇ ਰੂਪ 'ਚ ਲੈਣੀ ਸ਼ੁਰੂ ਕਰ ਦਿਓ। ਇਹਦੇ 'ਚ ਤੁਸੀਂ ਕੀ ਲੈਣਾ, ਨੋਟ ਕਰ ਲਓ ਤੁਸੀਂ ਸਾਰੇ। ਇਹਦੇ 'ਚ ਤੁਸੀਂ 100 ਗ੍ਰਾਮ ਲੈਣਾ ਵਾ ਪੰਚ ਤ੍ਰਿਣਮੂਲ। ਅਸੀਂ ਅੱਗੇ ਵੀ ਦੱਸਿਆ 100 ਗ੍ਰਾਮ ਪੰਚ ਤ੍ਰਿਣਮੂਲ ਲੈਣਾ। 20 ਗ੍ਰਾਮ ਤੁਸੀਂ ਲੈਣੀ ਹੈ ਦਾਲਚੀਨੀ। ਇਸ ਤੋਂ ਇਲਾਵਾ ਤੁਸੀਂ ਲੈਣਾ ਹੈਗਾ ਆਂਵਲੇ ਦਾ ਪਾਊਡਰ, ਉਹ ਵੀ 20 ਗ੍ਰਾਮ ਲੈਣਾ। ਨਾਲ ਤੁਸੀਂ ਲੈਣਾ ਹੈਗਾ ਪੁਨਰਨਵਾ ਦਾ ਪਾਊਡਰ 20 ਗ੍ਰਾਮ। 20 ਗ੍ਰਾਮ ਤੁਸੀਂ ਲੈਣਾ ਵੈ ਇਹਦੇ ਵਿੱਚ ਸਰਪਗੰਧਾ ਦਾ ਪਾਊਡਰ ਔਰ 20 ਗ੍ਰਾਮ ਤੁਸੀਂ ਲੈਣੀ ਹੈ ਸੌਂਠ। ਸੌਂਠ ਮਤਲਬ ਅਦਰਕ ਦਾ ਪਾਊਡਰ ਜੀ। 5 ਚੀਜ਼ਾਂ ਜਿਹੜੀਆਂ ਮੈਂ ਹੋਰ ਦੱਸੀਆਂ, ਇਹ 20 ਗ੍ਰਾਮ ਲੈਣੀ ਹੈ। 100 ਗ੍ਰਾਮ ਤੁਸੀਂ ਲੈਣਾ ਪੰਚ ਤ੍ਰਿਣਮੂਲ। ਇਹਨਾਂ ਸਾਰਿਆਂ ਦਾ ਤੁਸੀਂ ਕਾੜਾ ਬਣਾ ਲਓ। ਕਾੜਾ ਬਣਾ ਕੇ ਰੱਖ ਲਓ। ਉਹਦੇ ਵਿੱਚੋਂ 2 ਚਮਚ ਸਵੇਰੇ, 2 ਚਮਚ ਸ਼ਾਮ ਨੂੰ ਇਸ ਕਾੜੇ ਦੀ ਫਾਰਮ ਦੇ ਵਿੱਚ ਇਸ ਤਰ੍ਹਾਂ ਬਣ ਜਾਏਗਾ ਇਹ। ਇਹਦੇ ਤੁਸੀਂ ਜਿਵੇਂ ਆਪਾਂ ਚਾਹ ਪੀਂਦੇ ਆ, ਇਹ ਚਾਹ ਦੀ ਤਰ੍ਹਾਂ ਤੁਸੀਂ 2 ਚਮਚ ਪਾਣੇ ਆ। 1 ਗਲਾਸ ਪਾਣੀ ਵਿੱਚ ਉਬਾਲ ਲਓ। ਜਦੋਂ ਅੱਧਾ ਰਹਿ ਗਿਆ ਉਹਨੂੰ ਛਾਣ ਕੇ ਪੀ ਲਓ। ਅਗਰ ਕਿਸੇ ਨੂੰ ਸ਼ੂਗਰ ਹੈਗੀ ਹੈ ਤਾਂ ਉਹ ਸਿੱਧਾ ਪੀ ਲੇ। ਅਗਰ ਕਿਸੇ ਨੂੰ ਸ਼ੂਗਰ ਨਹੀਂ ਹੈਗੀ ਤਾਂ ਉਹ ਇਹਦੇ ਵਿੱਚ ਸ਼ਹਿਦ ਵੀ ਪਾ ਸਕਦਾ ਹੈ, ਚੀਨੀ ਪਾਣਾ ਚਾਹੋ ਚੀਨੀ ਵੀ ਪਾ ਸਕਦਾ ਹੈ। ਇਹ ਤੁਹਾਡੀ ਹਰਬਲ ਡਰਿੰਕ ਬਣ ਜਾਏਗੀ ਔਰ ਇਹ 100% ਤੁਹਾਡਾ ਬੀਪੀ ਕੰਟਰੋਲ ਕਰੇਗੀ। ਇਹਦੇ ਵਿੱਚ ਦਾਲਚੀਨੀ ਹੈ ਤੇ ਸੌਂਠ ਹੈ। ਅਗਰ ਕਿਸੇ ਦੇ ਹਾਰਟ ਦੇ ਵਿੱਚ ਬਲੋਕੇਜ ਹੈ, ਉਹਨੂੰ ਦੱਸਿਆ ਗਿਆ ਕਿ ਤੈਨੂੰ 80% 90% ਬਲੋਕੇਜ ਹੋ ਚੁੱਕੀ ਹੈ, ਤੁਹਾਡਾ ਬੀਪੀ ਵੱਧਦਾ ਉਹਦੇ ਕਾਰਨ ਹੈ, ਤਾਂ ਉਹ ਬਲੋਕੇਜ ਦੂਰ ਹੋ ਜਾਏਗੀ। ਅਗਰ ਕਿਸੇ ਦੀ ਰੀਨਲ ਆਰਟਰੀ ਸਟੇਨੋਸਿਸ ਹੈ, ਮਤਲਬ ਗੁਰਦੇ ਦੀ ਜਿਹੜੀ ਆਰਟਰੀ ਹੈ ਉਹਦੇ ਅੰਦਰ ਬਲੋਕੇਜ ਹੈ, ਉਹ ਵੀ ਖੁੱਲ ਜਾਏਗੀ। ਗੁਰਦਿਆਂ ਦੇ ਵਿੱਚ ਅਗਰ ਜਿਵੇਂ ਮੈਂ ਕਿਡਨੀ ਦੇ ਮਰੀਜ਼ ਦੇਖਦਾ, ਅਗਰ ਤੁਹਾਡਾ ਬੀਪੀ ਵੱਧਦਾ ਵੈ ਤਾਂ ਤੁਸੀਂ ਅਗਰ ਇਹ ਦਵਾਈ ਲੈ ਲੈਂਦੇ ਹੋ ਤਾਂ ਤੁਹਾਡਾ ਗੁਰਦਿਆਂ ਦਾ ਵੀ ਬਿਮਾਰੀ ਅੱਧੇ ਨਾਲੋਂ ਜ਼ਿਆਦਾ ਹੱਦ ਤੱਕ ਕਵਰ ਹੋ ਜਾਏਗੀ, ਸਿਰਫ ਇਹ ਆਯੁਰਵੈਦਿਕ ਦਵਾਈ ਦੇ ਨਾਲ। ਇਸ ਦਵਾਈ ਦੇ ਅੰਦਰ ਸਭ ਕੁਝ ਅਸੀਂ ਪਾਤਾ ਹੈ, ਤੁਹਾਨੂੰ ਦੱਸ ਵੀ ਦਿੱਤਾ ਹੈ। ਲੋਕੀ ਤਾਂ ਦੱਸਦੇ ਨਹੀਂ ਹੈਗੇ ਨਾਮ, ਅਸੀਂ ਤਾਂ ਤੁਹਾਨੂੰ ਖੁੱਲ੍ਹਮ ਖੁੱਲ੍ਹਾ ਦੱਸਦੇ ਪਏ ਹਾਂ। ਸਾਡੇ ਕੋਲੋਂ ਵੀ ਲੈਣ ਦੀ ਲੋੜ ਨਹੀਂ। ਮਾਰਕੀਟ 'ਚ ਜਾਓ, ਪੰਸਾਰੀ ਤੋਂ ਇਹਨੂੰ ਪਿਸਵਾਓ, ਘਰ ਦੇ ਵਿੱਚ ਰੱਖ ਲਓ।
ਤੁਹਾਡਾ ਖਰਚਾ ਮਾਤਰ 200 300 400 ਰੁਪਏ ਆਣਾ, ਸਾਰੀ ਫੈਮਿਲੀ ਪੀਓ ਇਹਨੂੰ। ਇਹ ਅਗਰ ਮੰਨ ਲਓ ਕਿਸੇ ਨੂੰ ਕਾਫੀ ਟਾਈਮ ਤੋਂ ਬੀਪੀ ਰਹਿ ਰਿਹਾ ਹੈ ਔਰ ਉਹ ਗੁਰਦਿਆਂ ਦਾ ਜਿਵੇਂ ਕਿਡਨੀ ਦਾ ਪੇਸ਼ੈਂਟ ਹੋ ਗਿਆ ਹੈ, ਤੇ ਜਿਵੇਂ ਆਪਾਂ ਪਹਿਲਾਂ ਵੀ ਕਈ ਵੀਡੀਓ ਦੱਸਿਆ ਹੈ, ਅੱਜ ਕੁਝ ਦਰਸ਼ਕ ਨਵੇਂ ਵੀ ਦੇਖ ਰਹੇ ਹੋਣਗੇ, ਲੋਕ ਕਹਿੰਦੇ ਵੀ ਡਾਇਲਿਸਿਸ ਬੰਦ ਕਰਵਾ ਦਾਂਗੇ। ਕਿ ਡਾਇਲਿਸਿਸ ਬੰਦ ਕਰਵਾਉਣ ਦਾ ਮਤਲਬ ਵੀ ਕਿੰਨੀਆਂ ਵੀ ਡਾਇਲਿਸਿਸ ਹੋ ਗਈਆਂ ਹੁਣ ਉਹ ਵੀ ਬੰਦ ਹੋ ਜਾਂਦੀਆਂ ਨੇ ਜੀ? ਨਹੀਂ, ਦੇਖੋ ਇਹ ਕੋਈ ਰੋਕਟ ਸਾਇੰਸ ਨਹੀਂ ਹੈ ਕਿ ਕਿੰਨੀਆਂ ਵੀ ਹੋ ਗਈਆਂ ਹੁਣ। ਦੇਖੋ ਅਸੀਂ ਇੱਕ ਨਟ ਸ਼ੈਲ ਦੇ ਵਿੱਚ ਮੈਂ ਤੁਹਾਨੂੰ ਜੇ ਸਿੰਪਲੀ ਦੱਸਣਾ ਚਾਹਾਂ ਤਾਂ ਗੁਰਦਿਆਂ ਦੀ ਬਿਮਾਰੀ ਨੂੰ ਅਸੀਂ 5 ਸਟੇਜਾਂ 'ਚ ਡਿਵਾਈਡ ਕਰਦੇ ਹਾਂ, ਜਿਹਨੂੰ ਅਸੀਂ CKD ਸਟੇਜ 1 2 3 4 ਜਾਂ 5 ਬੋਲਦੇ ਹਾਂ। CKD ਸਟੇਜ 1 2 3 ਦਾ ਮਤਲਬ ਹੁੰਦਾ ਹੈ ਕਿ ਤੁਹਾਡਾ ਕ੍ਰੈਟਿਨਿਨ ਲੈਵਲ 1.5 ਤੋਂ ਨੀਚੇ ਹੈ। ਅਗਰ 1.5 ਤੋਂ ਕ੍ਰੈਟਿਨਿਨ ਲੈਵਲ ਨੀਚੇ ਹੈ ਤਾਂ ਉਹ CKD 1 ਔਰ 2 ਦੇ ਅੰਦਰ ਆਉਂਦਾ ਜੀ। ਅਗਰ ਤੁਹਾਡਾ ਕ੍ਰੈਟਿਨਿਨ ਲੈਵਲ 1.5 ਤੋਂ 2 ਦੇ ਅੰਦਰ ਹੈ, ਤੁਹਾਡਾ ਗਲੋਮੈਰੂਲਰ ਫਿਲਟਰੇਸ਼ਨ ਰੇਟ ਜਿਹਨੂੰ ਅਸੀਂ GFR ਬੋਲਦੇ ਹਾਂ ਉਹ 30 ਤੋਂ 50 ਦੇ ਅੰਦਰ ਹੈ ਤਾਂ ਉਹ ਸਟੇਜ 3 ਕੰਸੀਡਰ ਹੁੰਦੀ ਹੈ। ਸਟੇਜ 4 ਦਾ ਮਤਲਬ ਹੁੰਦਾ ਹੈ ਕਿ ਜਦੋਂ GFR ਲੈਵਲ 30 ਤੋਂ ਘਟ ਗਿਆ ਬਟ ਉਹ 15 ਤੋਂ ਜ਼ਿਆਦਾ ਹੈ, ਜਾਂ ਕ੍ਰੈਟਿਨਿਨ ਲੈਵਲ 2 ਤੋਂ ਵੱਧ ਗਿਆ ਔਰ 3 ਦੇ ਆਸ-ਪਾਸ ਹੈ ਜੀ। ਸਟੇਜ 4 ਦਾ ਮਤਲਬ ਹੁੰਦਾ ਹੈ ਕਿ GFR ਲੈਵਲ ਜਿਹਨੂੰ ਅਸੀਂ ਕਿਡਨੀ ਦੀ ਫਿਲਟਰੇਸ਼ਨ ਰੇਟ ਬੋਲਦੇ ਹਾਂ ਉਹ 15 ਤੋਂ ਵੀ ਘਟ ਗਿਆ ਹੈ, ਜਾਂ ਤੁਹਾਡਾ ਕ੍ਰੈਟਿਨਿਨ ਲੈਵਲ 4 ਤੋਂ ਉੱਪਰ ਹੋ ਗਿਆ ਤਾਂ ਉਸ ਕੰਡੀਸ਼ਨ ਨੂੰ ਅਸੀਂ ਰੀਨਲ ਫੇਲੀਅਰ ਬੋਲਦੇ ਹਾਂ। ਹੁਣ ਇਹਦੇ ਵਿੱਚ ਡਾਇਲਿਸਿਸ ਬੰਦ ਕਿਵੇਂ ਹੋਣੀ ਹੈ, ਡਾਇਲਿਸਿਸ ਸ਼ੁਰੂ ਕਿਵੇਂ ਹੋਣੀ ਹੈ, ਉਹਦੇ ਵਾਸਤੇ 5 ਚੀਜ਼ਾਂ ਹੈ। ਇਹ ਸਾਰੇ ਬੰਦਿਆਂ ਨੂੰ ਪਤਾ ਹੋਣਾ ਚਾਹੀਦਾ ਜਿਹਨੂੰ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੈ। ਪਹਿਲੀ ਚੀਜ਼, ਅਗਰ ਤੁਸੀਂ ਆਪਣੇ ਪੇਟ ਦਾ ਐਕਸ-ਰੇ ਕਰਾਉਂਦੇ ਹੋ ਜਾਂ ਅਲਟਰਾਸਾਊਂਡ ਕਰਾਉਂਦੇ ਹੋ ਤਾਂ ਉਹਦੇ ਵਿੱਚ ਤੁਹਾਡੇ ਪਾਣੀ ਭਰਿਆ ਹੋਇਆ ਆਉਂਦਾ ਔਰ ਕ੍ਰੈਟਿਨਿਨ ਲੈਵਲ 4 ਤੋਂ ਉੱਪਰ ਹੈ ਤਾਂ ਤੁਹਾਨੂੰ ਡਾਇਲਿਸਿਸ ਕਰਾਉਣੀ ਪਊਗੀ ਜੀ। ਦੂਜੇ ਨੰਬਰ ਦੇ ਉੱਤੇ ਅਗਰ ਤੁਸੀਂ ਐਕਸ-ਰੇ ਕਰਵਾਉਂਦੇ ਹੋ ਔਰ ਉਹ 'ਚ ਡਾਕਟਰ ਦੱਸਦਾ ਹੈ ਕਿ ਤੁਹਾਡੇ ਫੇਫੜਿਆਂ 'ਚ ਪਾਣੀ ਭਰਿਆ ਹੋਇਆ ਹੈ ਔਰ ਤੁਹਾਡਾ ਕ੍ਰੈਟਿਨਿਨ ਲੈਵਲ ਸਟੇਜ 5 ਦੇ ਵਿੱਚ ਪਹੁੰਚਿਆ ਹੋਇਆ ਹੈ ਤਾਂ ਵੀ ਡਾਇਲਿਸਿਸ ਕਰਾਉਣੀ ਪਏਗੀ। ਤੀਸਰਾ ਨੰਬਰ, ਤੁਹਾਨੂੰ ਅਗਰ ਪਿਸ਼ਾਬ ਘਟ ਗਿਆ ਆਣਾ ਜਾਂ ਪਿਸ਼ਾਬ ਥੋੜਾ ਆ ਰਿਹਾ ਹੈ ਜਾਂ ਪਿਸ਼ਾਬ ਤੁਹਾਡਾ ਆਣਾ ਹੀ ਬੰਦ ਹੋ ਗਿਆ ਤਾਂ ਵੀ ਤੁਹਾਨੂੰ ਡਾਇਲਿਸਿਸ ਕਰਾਉਣੀ ਪਏਗੀ। ਚੌਥਾ ਨੰਬਰ, ਤੁਹਾਡਾ ਕ੍ਰੈਟਿਨਿਨ ਲੈਵਲ 8 ਤੋਂ ਉੱਪਰ ਚਲਾ ਗਿਆ। ਪੰਜਵਾਂ ਨੰਬਰ, ਤੁਹਾਡਾ ਪੋਟਾਸ਼ੀਅਮ ਲੈਵਲ 6.5 ਤੋਂ ਉੱਪਰ ਚਲਾ ਗਿਆ ਤਾਂ ਤੁਹਾਨੂੰ ਡਾਇਲਿਸਿਸ ਕਰਾਉਣੀ ਪਏਗੀ। ਆਯੁਰਵੇਦ ਇਹ 5 ਚੀਜ਼ਾਂ ਆਉਣ ਤੋਂ ਬੰਦੇ ਨੂੰ ਰੋਕ ਦਿੰਦਾ। ਸਟੇਜ 2 ਵਾਲੇ ਬੰਦੇ 100% ਨਾਰਮਲ ਹੋ ਜਾਂਦੇ ਆ। ਸਟੇਜ 3 ਵਾਲੇ ਬੰਦੇ, ਸਾਡੇ ਕੋਲ 15 ਸਾਲ ਦਾ ਰਿਕਾਰਡ ਹੈ, ਡਾਟਾ ਮੇਨਟੇਨ ਹੈ, ਜਿਹੜੇ ਬੰਦੇ ਸਟੇਜ 3 ਤੇ ਆਏ ਸੀ ਉਹਨਾਂ ਨੂੰ ਅਸੀਂ ਸਟੇਜ 4 ਤੋਂ ਜਾਣ ਤੋਂ ਰੋਕਿਆ ਹੋਇਆ। ਸਟੇਜ 4 ਵਾਲੇ ਬੰਦਿਆਂ ਨੂੰ ਅਸੀਂ ਇਹ ਬੋਲਦੇ ਹਾਂ ਕਿ ਤੁਹਾਡੀ ਬਿਮਾਰੀ ਵੱਧ ਚੁੱਕੀ ਹੈ ਬਟ ਅੱਗੇ ਨਾ ਵਧੇ, ਡਾਇਲਿਸਿਸ ਨਾ ਕਰਵਾਉਣੀ ਪਵੇ, ਉਹਦੇ ਉੱਤੇ ਕੰਮ ਕੀਤਾ ਜਾਂਦਾ ਹੈ। ਯਾਨੀ ਕਿ ਸਟੇਜ 4 ਤੇ ਅਸੀਂ ਬੋਲ ਸਕਦੇ ਹਾਂ ਵੀ ਹਾਂ ਅਸੀਂ ਡਾਇਲਿਸਿਸ ਨੂੰ ਰੋਕ ਸਕਦੇ ਹਾਂ 100%। ਅਗਰ ਕੋਈ ਸਟੇਜ 4 ਤੇ ਆਂਦਾ ਵੈ, ਕਹਿਣਾ ਮੰਨਦਾ ਵੈ ਤਾਂ ਉਹਦੀ ਡਾਇਲਿਸਿਸ ਨੂੰ ਰੋਕਿਆ ਤਾਂ ਮੈਂ ਨਹੀਂ ਬੋਲੂੰਗਾ, ਰੋਕਿਆ ਜਾ ਸਕਦਾ, ਡਿਲੇ ਕੀਤਾ ਜਾ ਸਕਦਾ। ਅਗਰ ਮੈਂ ਇਹ ਕਹਾਂ ਵੀ ਮੰਨ ਲਓ ਕਿਸੇ ਦੀ ਸਟੇਜ 5 ਦੇ ਵਿੱਚ ਉਸਨੇ 1-2 ਡਾਇਲਿਸਿਸ ਕਰਵਾ ਲੱਤੀਆਂ ਨੇ, ਉਹ ਤੁਹਾਡੇ ਕੋਲੇ ਆਂਦਾ ਹੈ ਕਿ ਉਸ ਦੀ ਡਾਇਲਿਸਿਸ ਦੀ ਫ੍ਰੀਕੁਐਂਸੀ ਨੂੰ ਘੱਟ ਕੀਤਾ ਜਾ ਸਕਦਾ ਹੈ ਜਾਂ ਕਿਸੇ ਟਾਈਮ ਤੇ ਉਹਦੀ ਫ੍ਰੀਕੁਐਂਸੀ ਰੋਕੀ ਵੀ ਜਾ ਸਕਦੀ ਹੈ, ਕੁਝ ਇਸ ਤਰ੍ਹਾਂ ਦਾ ਹੋ ਸਕਦਾ? ਦੇਖੋ, ਅਗਰ ਕਿਸੇ ਦੀ 10 ਡਾਇਲਿਸਿਸ ਨਹੀਂ ਹੋਈਆਂ ਵੈ, ਉਹਦੀ ਅਸੀਂ ਡਾਇਲਿਸਿਸ ਬੰਦ ਕਰਨ ਦੇ ਉੱਤੇ ਕੰਮ ਕਰ ਸਕਦੇ ਹਾਂ। ਮੈਂ ਵਰਡ ਯੂਜ਼ ਕਰ ਰਿਹਾ, ਕੰਮ ਕਰ ਸਕਦੇ ਹਾਂ। ਅਸੀਂ ਕੋਈ ਜਾਦੂਗਰ ਨਹੀਂ ਹੈਗੇ ਜਾਂ ਕੋਈ ਰੱਬ ਨਹੀਂ ਹੈਗੇ ਵੀ ਅਸੀਂ ਗਾਰੰਟੀ ਦਿੰਦੇ ਹਾਂ। ਕੰਮ ਕਰਨ ਦਾ ਮਤਲਬ ਇਹੀ ਹੁੰਦਾ ਕਿ ਅਸੀਂ ਉਹ ਕੇਸ ਲੈ ਲੈਂਦੇ ਹਾਂ ਬੰਦ ਕਰਨ ਵਾਸਤੇ ਵੀ ਉਹਦੀ ਡਾਇਲਿਸਿਸ ਬੰਦ ਕਰਾਵਾਂਗੇ। ਅਗਰ ਕਿਸੇ ਦੀ ਡਾਇਲਿਸਿਸ 10 ਤੋਂ ਉੱਪਰ ਹੋ ਚੁੱਕੀਆਂ, 20 ਹੋ ਚੁੱਕੀਆਂ, 50 ਹੋ ਚੁੱਕੀਆਂ, ਉਹਨੂੰ 5 ਸਾਲ ਹੋ ਗਏ, 6 ਸਾਲ ਹੋ ਗਏ, ਉਹਨੂੰ ਵੀ ਅਸੀਂ ਫਾਇਦਾ ਦੇ ਸਕਦੇ ਹਾਂ ਉਹਦੇ ਕੰਪਲਿਕੇਸ਼ਨ ਨੂੰ ਦੂਰ ਕਰਕੇ। ਜਿਹੜੀ ਉਹਦੀ ਕਮਜ਼ੋਰੀ ਮਹਿਸੂਸ ਕਰਦਾ ਜਾਂ ਉਹਨੂੰ ਕਮਜ਼ੋਰੀ ਹੁੰਦੀ ਹੈ, ਹੱਥਾਂ ਪੈਰਾਂ 'ਚ ਖਾਜ ਹੁੰਦੀ ਹੈ, ਰੰਗ ਕਾਲਾ ਹੋ ਜਾਂਦਾ ਵਾ, ਖੂਨ ਨਹੀਂ ਬਣਦਾ, ਭੁੱਖ ਨਹੀਂ ਲੱਗਦੀ, ਸਾਰਾ ਸਰੀਰ ਫੁੱਲਿਆ ਲੱਗਦਾ, ਇੰਨੀ ਸਾਰੀਆਂ ਜੜ੍ਹਾਂ ਤੋਂ ਬਿਮਾਰੀਆਂ ਦੀ ਜਿਹੜੇ ਲੱਛਣ ਆ ਉਹ ਤੋਂ ਦੂਰ ਕਰ ਸਕਦੇ ਹਾਂ। ਦੂਸਰਾ, ਜਿਹੜੀ ਉਹਦੀ ਫ੍ਰੀਕੁਐਂਸੀ ਮਤਲਬ ਜਿਹੜੀ ਹਫਤੇ 'ਚ 2 ਵਾਰੀ 3 ਵਾਰੀ ਉਹਦੀ ਡਾਇਲਿਸਿਸ ਹੋ ਰਹੀ ਹੈ, ਉਸ ਚੀਜ਼ ਨੂੰ ਅਸੀਂ ਰੋਕ ਸਕਦੇ ਹਾਂ ਜੀ। ਔਰ ਉਹਨੂੰ ਘਟਾ ਕੇ ਅਸੀਂ 1 ਜਾਂ 2 ਵਾਰੀ, ਹਫਤੇ 'ਚ 1 ਵਾਰੀ ਜਾਂ 15 ਦਿਨ 'ਚ 1 ਵਾਰੀ ਦੇ ਉੱਤੇ ਕਰ ਸਕਦੇ ਹਾਂ। ਬਹੁਤ ਵਧੀਆ, ਇਹ ਵੀ ਬਹੁਤ ਜ਼ਿਆਦਾ ਵਧੀਆ ਜੇਕਰ ਡਾਇਲਿਸਿਸ ਦੇ ਪੇਸ਼ੈਂਟ ਨੂੰ ਇੰਨਾ ਜ਼ਿਆਦਾ ਸਹਿਯੋਗ ਮਿਲ ਜੇ ਔਰ ਸਟੇਜ 4 ਤੱਕ ਜੋ ਵੀ ਕਾਫੀ ਭਿਆਨਕ ਮੰਨਿਆ ਜਾਂਦਾ ਹੈ ਗੁਰਦੇ ਦੇ ਰੋਗੀਆਂ ਨੂੰ, ਕਿਡਨੀ ਰੋਗੀਆਂ ਨੂੰ, ਉਸ ਨੂੰ ਡਾਇਲਿਸਿਸ ਤੋਂ ਵੀ ਬਚਾਇਆ ਜਾ ਸਕੇ। ਔਰ ਕਿੰਨੇ ਸਾਰੇ ਪੇਸ਼ੈਂਟ ਮੈਨੂੰ ਪਤਾ ਤੁਹਾਡੇ ਕੋਲੇ ਆਉਂਦੇ ਨੇ, ਹਰ ਇੱਕ ਸਟੇਟ ਤੋਂ ਆਉਂਦੇ ਨੇ, ਔਰ ਕਿੰਨਾ ਕੁ ਟਾਈਮ ਲੱਗਦਾ ਹੈ? ਮੈਂ ਇਹ ਵੀ ਤੁਹਾਨੂੰ ਪੁੱਛਣਾ ਚਾਹੂੰਗਾ, ਜਿਵੇਂ ਸਟੇਜ 2 ਦੇ ਵਿੱਚ ਆ ਗਿਆ ਤਾਂ ਕਿੰਨਾ ਕੁ ਟਾਈਮ ਉਹਨੂੰ ਆਯੁਰਵੈਦਿਕ ਮੈਡੀਸਿਨ ਖਾਣੀ ਪੈਂਦੀ ਹੈ? ਦੇਖੋ, ਸਟੇਜ 1 ਸਟੇਜ 2 ਅਪ ਟੂ ਸਟੇਜ 3 ਦਵਾਈ ਕਿੰਨੀ ਦੇਰ ਖਾਣੀ ਪਏਗੀ ਇਹ ਤਾਂ ਨਹੀਂ ਅਸੀਂ ਦੱਸ ਸਕਦੇ ਬਟ ਉਹਦੀ ਦਵਾਈਆਂ ਛੁੱਟ ਜਾਂਦੀਆਂ। ਠੀਕ ਹੈ ਜੀ। ਅਸੀਂ ਇਹ ਕਹਿ ਸਕਦੇ ਹਾਂ ਕਿ ਤੁਹਾਡੀ ਦਵਾਈਆਂ ਛੁੱਟ ਜਾਣਗੀਆਂ ਜੀ। ਕਿੰਨੀ ਦੇਰ ਦਾ ਮੈਂ ਨਹੀਂ ਬੋਲ ਸਕਦਾ। ਸਟੇਜ 1 ਸਟੇਜ 2 ਤਾਂ 100% ਮੇਰੇ ਤੋਂ ਲਿਖ ਕੇ ਲੈ ਲਓ ਕਿ ਉਹ ਪੇਸ਼ੈਂਟ ਠੀਕ ਹੋ ਜਾਏਗਾ ਜੀ। ਸਟੇਜ 3 ਵਾਲੇ ਬੰਦੇ ਨੂੰ ਅਸੀਂ ਇਹ ਕਹਿੰਦੇ ਹਾਂ ਕਿ ਤੇਰਾ ਕਾਰਨ ਕੀ ਹੈ, ਉਹ ਲੱਭ ਲਿਆ, ਕਾਰਨ ਉਹਦਾ BP ਹੈ, ਸ਼ੂਗਰ ਹੈ, ਕੋਈ ਜੈਨੇਟਿਕ ਪ੍ਰੋਬਲਮ ਹੈ ਜਾਂ ਕੁਝ ਵੀ ਹੋਰ ਹੈ, ਉਹ ਕਾਰਨ ਦੇ ਉੱਤੇ ਡਿਪੈਂਡ ਕਰਦਾ ਹੈ ਬਟ ਉਹਦੀ ਦਵਾਈਆਂ ਛੁੱਟ ਜਾਂਦੀਆਂ। ਮੈਂ ਇੱਕ ਚੀਜ਼ ਤੁਹਾਨੂੰ ਇੱਥੇ ਰੋਕ ਕੇ ਹੋਰ ਪੁੱਛਣਾ ਚਾਹੂੰਗਾ, ਮੇਰੇ ਦਿਮਾਗ 'ਚ ਆਇਆ ਫਿਰ ਮੈਂ ਭੁੱਲ ਵੀ ਨਾ ਜਾਵਾਂ
ਕਿ ਇਹ ਵੀ ਹੋ ਸਕਦਾ ਹੈ ਕੋਈ ਬੰਦਾ ਬੀਪੀ ਦਾ ਰੋਗੀ ਨਹੀਂ ਹੈ ਕਾਫੀ ਟਾਈਮ ਤੋਂ, ਕਿਸੇ ਕਾਰਨ ਦੇ ਕਾਰਨ ਉਸ ਦਾ ਬੀਪੀ ਇੱਕੋ ਦਮ ਵੱਧ ਗਿਆ, ਕਿ ਇੱਕ ਦਿਨ ਹੀ ਬਹੁਤ ਜ਼ਿਆਦਾ ਹਾਈ ਬੀਪੀ ਹੋਣ ਨਾਲ ਕਿਡਨੀ ਖਰਾਬ ਹੋ ਜਾਂਦੀਆਂ ਨੇ? ਦੇਖੋ, ਇੱਕ ਦਿਨ ਦੇ ਵਿੱਚ ਕਦੇ ਵੀ ਬੀਪੀ ਨਾ ਬਹੁਤ ਜ਼ਿਆਦਾ ਨਹੀਂ ਵੱਧਦਾ ਜੀ। ਹਾਂ, ਇਹ ਹੁੰਦਾ, ਇਸ ਬੀਪੀ ਨੂੰ ਬੋਲਿਆ ਜਾਂਦਾ ਸਾਇਲੈਂਟ ਕਿਲਰ। ਸਾਨੂੰ ਪਤਾ ਨਹੀਂ ਲੱਗਦਾ ਸਾਡਾ ਬੀਪੀ ਵਧਿਆ ਹੋਇਆ ਕਿ ਨਹੀਂ ਵਧਿਆ ਹੋਇਆ। ਇਸ ਲਈ ਅਸੀਂ ਆਮ ਤੌਰ ਦੇ ਉੱਤੇ 40 ਸਾਲ ਤੋਂ ਵੱਧ ਜਿਨ੍ਹਾਂ ਦੀ ਵੀ ਉਮਰ ਹੈ, ਸਪੈਸ਼ਲੀ ਮੇਲ ਜਿਹੜੇ 40 ਸਾਲ ਤੋਂ ਜ਼ਿਆਦਾ ਉਮਰ ਰੱਖਦੇ ਆ, ਜਿਹੜੇ ਘਰ ਤੋਂ ਬਾਹਰ ਕੰਮ ਕਰਦੇ ਆ, ਜਾਂ ਸਪੈਸ਼ਲੀ ਵਰਕਰ ਜਿਹੜੇ ਮਜ਼ਦੂਰ ਹੈ, ਜਿਹੜੇ ਕੰਮ ਕਰਦੇ ਆ, ਉਹਨਾਂ ਨੂੰ ਆਪਣਾ ਬੀਪੀ ਜ਼ਰੂਰ ਚੈੱਕ ਕਰਾਉਣਾ ਚਾਹੀਦਾ। ਬੀਪੀ ਅਗਰ 130 140 ਦੀ ਰੇਂਜ 'ਚ ਹੈਗਾ ਵਾ ਔਰ ਅਸੀਂ ਉਹਨੂੰ ਇਗਨੋਰ ਕਰ ਦਿੰਦੇ ਹਾਂ, ਫਿਰ ਉਹ ਸਡਨਲੀ ਵੱਧ ਸਕਦਾ ਵਾ। ਔਰ ਉਹ ਸਡਨਲੀ ਵਧੇਗਾ ਤਾਂ ਇਹੀ ਹੁੰਦਾ ਕਿ ਸਟੇਜ 5 ਦੇ ਵਿੱਚ ਹੀ ਸਾਡੇ ਕੋਲ ਲੈਂਡ ਕਰਦਾ ਪੇਸ਼ੈਂਟ। ਇਹ ਉਹਨੂੰ ਪਤਾ ਹੀ ਨਹੀਂ ਲੱਗਦਾ ਮੇਰਾ ਬੀਪੀ ਹਾਈ ਰਹਿੰਦਾ ਪਿਆ ਸੀਗਾ। ਹਾਂ, ਯਾਨੀ ਕਿ ਉਹਨੂੰ ਕਈ ਵਾਰ ਇਹ ਨਜ਼ਰ ਹੀ ਨਹੀਂ ਆਉਂਦਾ ਵੀ ਸਿਰ ਦਰਦ ਵਗੈਰਾ ਕੁਝ ਵੀ ਨਹੀਂ ਪਤਾ ਲੱਗਦਾ। ਦੇਖੋ, ਅਗਰ ਸੌਰਵ ਜੀ ਮੈਂ ਗੱਲ ਕਰਾਂ 100 ਮਰੀਜ਼ਾਂ ਦੀ, 100 ਵਿੱਚੋਂ 90 ਬੰਦਿਆਂ ਨੂੰ ਨਹੀਂ ਪਤਾ ਹੁੰਦਾ ਕਿ ਮੇਰਾ ਬੀਪੀ ਵਧਿਆ ਹੋਇਆ। ਅੱਛਾ ਜੀ। ਦੈਟ ਇਜ਼ ਵਾਈ ਇਸ ਬਿਮਾਰੀ ਨੂੰ ਸਾਇਲੈਂਟ ਕਿਲਰ ਬੋਲਿਆ ਜਾਂਦਾ। ਅਗਰ ਕਿਸੇ ਨੂੰ ਵੀ ਘਬਰਾਹਟ ਹੁੰਦੀ ਹੈ ਚੱਲੇ ਤੋਂ, ਜਾਂ ਚੱਕਰ ਆਉਂਦੇ ਆ, ਜਾਂ ਅੱਖਾਂ ਅੱਗੇ ਹਨੇਰਾ ਅੰਗਦਾ ਵਾ, ਜਾਂ ਹਲਕਾ ਸਿਰ ਦਰਦ ਹੁੰਦਾ ਰਹਿੰਦਾ, ਤਾਂ ਉਹਨੂੰ ਹਫਤੇ ਦੇ ਵਿੱਚ 1 ਜਾਂ 2 ਵਾਰੀ ਬੀਪੀ ਚੈੱਕ ਕਰਵਾਉਣਾ ਚਾਹੀਦਾ। ਔਰ ਅਗਰ ਉਹਦਾ ਬੀਪੀ 130 ਉੱਪਰਲਾ ਔਰ 80 ਨੀਚਲਾ ਇਹਦੇ ਵਿੱਚ ਆਂਦਾ ਹੈ ਤਾਂ ਉਹ ਠੀਕ ਹੈ। ਅਗਰ ਇਸ ਤੋਂ ਉੱਪਰ ਹੁੰਦਾ ਵੈ ਤਾਂ ਆਪਣੇ ਆਸ-ਪਾਸ ਕਿਸੇ ਵੀ ਡਾਕਟਰ ਨੂੰ ਜ਼ਰੂਰ ਕੰਸਲਟ ਕਰਨਾ ਚਾਹੀਦਾ। ਸਮੇਂ ਰਹਿੰਦੇ ਇਸ ਨੂੰ ਪਕੜ ਲਵਾਂਗੇ, ਜੋ ਅਸੀਂ ਦਵਾਈ ਦੱਸੀ ਹੈ ਉਹ ਖਾ ਲੈਣਾਂਗੇ ਤੇ ਬਿਮਾਰੀ ਜੜ ਤੋਂ ਖਤਮ ਹੋ ਜਾਂਦੀ ਹੈ। ਬਿਲਕੁਲ, ਮੈਂ ਵੀ ਇਹੀ ਕਹਿਣਾ ਚਾਹੁੰਦਾ ਵੀ ਅਗਰ ਤੁਹਾਡਾ ਬੀਪੀ ਦੀ ਜ਼ਰੂਰ ਚੈੱਕ ਕਰਾਓ। ਅਗਰ ਇਹ ਤੁਹਾਨੂੰ ਸਿੰਪਟਮਸ ਨਜ਼ਰ ਆਉਂਦੇ ਨੇ ਵੀ ਸਾਡਾ ਸਿਰ ਦਰਦ ਹੋ ਰਿਹਾ ਹੈ ਜਾਂ ਸਿਰ ਭਾਰੀ ਹੋ ਰਿਹਾ ਹੈ, ਤਾਂ ਬੀਪੀ ਜ਼ਰੂਰ ਚੈੱਕ ਕਰਾਓ। ਨੇੜੇ ਦੇ ਕਿਸੇ ਵੀ ਹਸਪੀਟਲ ਤੋਂ ਕਰਾ ਲਓ। ਮਤਲਬ 10-20 ਰੁਪਏ ਲੈਂਦੇ ਨੇ ਚੈੱਕ ਕਰਨ ਦੇ ਵੀ, ਜੇ ਕੋਈ ਕਰਦਾ ਵੀ ਹੈ ਤਾਂ। ਦੇਖੋ, ਅਗਰ ਤੁਸੀਂ ਕਿਸੇ ਹਸਪੀਟਲ ਜਾਓਗੇ ਤਾਂ ਰਿਸੈਪਸ਼ਨ ਵਾਲੇ ਨੇ ਤੁਹਾਡੇ ਤੋਂ ਉਹ ਵੀ ਨਹੀਂ ਲੈਣੇ। ਬਿਲਕੁਲ ਨਹੀਂ ਲੈਣੇ ਜੀ, ਠੀਕ ਹੈ ਨਾ। ਔਰ ਅਗਰ ਲੈ ਵੀ ਲੈਂਦਾ ਤਾਂ ਆਪਣੀ ਜਾਨ ਤੋਂ ਵੱਧ ਕੇ ਤਾਂ ਕੁਝ ਨਹੀਂ ਹੈ। ਬੀਪੀ ਚੈੱਕ ਕਰਾਉਣ ਤੋਂ ਬਾਅਦ ਅਗਰ ਤੁਹਾਨੂੰ ਲੱਗਦਾ ਵੀ ਹਾਂ ਮੇਰਾ ਬੀਪੀ ਹਾਈ ਹੈਗਾ, ਤਾਂ ਡਾਕਟਰ ਸਾਹਿਬ ਨੇ ਮੁਫਤ ਦੇ ਵਿੱਚ ਇੱਕ ਤੁਹਾਨੂੰ ਆਯੁਰਵੈਦਿਕ ਨੁਸਖਾ ਦੱਸਿਆ, ਉਸ ਨੂੰ ਜਮਾਓ ਵੀ ਤੁਹਾਡਾ ਜਿਹੜਾ ਬੀਪੀ ਹੈ ਉਹ ਕੰਟਰੋਲ ਰਹਿਣਾ ਸ਼ੁਰੂ ਹੋ ਜੇ, ਔਰ ਤੁਹਾਨੂੰ ਜਿਹੜੀ ਉਹ ਐਲੋਪੈਥਿਕ ਦਵਾਈ ਹਮੇਸ਼ਾ ਜੇਬ ਦੇ ਵਿੱਚ ਰੱਖਣ ਦੀ ਜ਼ਰੂਰਤ ਨਾ ਪਵੇ। ਇਹ ਸਭ ਤੋਂ ਵੱਡੀ ਗੱਲ ਹੈ। ਬਿਲਕੁਲ।